ਜਿਵੇਂ ਜਿਵੇਂ ਪੇਪਰ ਜ਼ਿਆਦਾ ਆ ਰਹੇ ਨੇ ਸਟੂਡੈਂਟਸ ਦੇ ਵਿੱਚ ਕਨਫਿਊਜ਼ਨ ਵੱਧ ਰਹੀ ਹੈ। ਉਹਨਾਂ ਦਾ ਸਟ੍ਰੈਸ ਲੈਵਲ, ਪ੍ਰੈਸ਼ਰ, ਐਕਸਾਈਟਮੈਂਟ, ਐਂਜ਼ਾਈਟੀ ਸਭ ਕੁਝ ਡੇ ਬਾਏ ਡੇ ਇੰਕਰੀਜ਼ ਹੋ ਰਿਹਾ ਹੈ। ਉਹਨਾਂ ਨੂੰ ਹੁਣ ਇਹ ਨਹੀਂ ਸਮਝ ਆ ਰਿਹਾ ਆਪਾਂ ਕਿਹੜੇ ਪੇਪਰ ਦੀ ਤਿਆਰੀ ਕਰੀਏ, ਜਿਹਦੀ ਕਰਨੀ ਹੈ ਕਿਵੇਂ ਕਰੀਏ। ਇਹ ਬਹੁਤ ਵੱਡਾ ਇਸ਼ੂ ਚੱਲ ਰਿਹਾ ਜੀ ਇਸ ਟਾਈਮ ਤੇ। ਹੁਣ ਦੇਖੋ, ਇਹ ਗੱਲ ਤਾਂ ਸਮਝਣ ਵਾਲੀ ਹੈ ਵੀ ਮੈਕਸਿਮਮ ਸਟੂਡੈਂਟਸ ਦੀ ਰਿਕੁਆਇਰਮੈਂਟ ਕੀ ਹੈ। ਉਹਨਾਂ ਦੀ ਰਿਕੁਆਇਰਮੈਂਟ ਹੈਗੀ ਹੈ ਜੀ ਗਵਰਨਮੈਂਟ ਜੌਬ, ਤੇ ਡਿਜ਼ਾਇਰ ਕੀ ਹੈ, ਡਿਜ਼ਾਇਰ ਹੈਗੀ ਹੈ ਮਨਪਸੰਦ ਦੀ ਜੌਬ। ਵੀ ਅਸੀਂ ਐਕਸਾਈਜ਼ ਇੰਸਪੈਕਟਰ ਬਣ ਜਾਈਏ, ਅਸੀਂ ਪੰਜਾਬ ਪੁਲਿਸ ਸਬ ਇੰਸਪੈਕਟਰ ਬਣ ਜਾਈਏ, ਅਸੀਂ ਨੈਬ ਤਹਿਸੀਲਦਾਰ ਬਣ ਜਾਈਏ, ਇਹ ਹੈਗੀ ਹੈ ਡਿਜ਼ਾਇਰ। ਹਾਂ, ਕੁਝ ਸਟੂਡੈਂਟਸ ਐਸੇ ਨੇ ਜਿਨ੍ਹਾਂ ਦੀ ਸਿਰਫ ਡਿਜ਼ਾਇਰ ਹੈ, ਆਲਰੇਡੀ ਉਹ ਕੋਈ ਜੌਬ ਤੇ ਹੈਗੇ ਨੇ, ਗਵਰਨਮੈਂਟ ਜੌਬ ਕਰ ਰਹੇ ਨੇ, ਬਟ ਉਹ ਉਸ ਤੋਂ ਬੈਟਰ ਚਾਹੁੰਦੇ ਨੇ। ਠੀਕ ਹੈ, ਹੁਣ ਗੱਲ ਕਰਦੇ ਹਾਂ ਆਪਾਂ ਵੀ ਇਸ ਟਾਈਮ ਤੇ ਸਿਨੈਰੀਓ ਕੀ ਚੱਲ ਰਿਹਾ। ਆਪਣੇ ਕੋਲ ਬਹੁਤ ਸਾਰੀਆਂ ਪੋਸਟਾਂ ਆ ਚੁੱਕੀਆਂ ਨੇ, ਐਕਸਾਈਜ਼ ਇੰਸਪੈਕਟਰ, ਪੰਜਾਬ ਪੁਲਿਸ, ਕੋਆਪਰੇਟਿਵ ਬੈਂਕ ਐਂਡ ਆਲ। ਠੀਕ ਹੈ ਜੀ, ਬਟ ਡਾਊਟ ਕੀ ਚੱਲ ਰਿਹਾ ਵੀ ਤਿਆਰੀ ਕਿਹਦੀ ਕਰੀਏ। ਤਾਂ ਆਪਾਂ ਨੂੰ ਹੁਣ ਇਸ ਤਰ੍ਹਾਂ ਕੁਝ ਕਰਨਾ ਚਾਹੀਦਾ ਹੈ ਕਿ ਆਪਣੀ ਰਿਕੁਆਇਰਮੈਂਟ ਫੁੱਲਫਿਲ ਤਾਂ ਹੋ ਹੀ ਜਾਏ, ਜੇ ਡਿਜ਼ਾਇਰ ਫੁੱਲਫਿਲ ਹੋ ਜਾਏ ਤਾਂ ਬੈਟਰ ਹੈ। ਠੀਕ ਹੈ, ਤਾਂ ਅਪਰੋਚ ਕੁਝ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਤਾਂ ਇੱਕ ਗੱਲ ਸਮਝੋ ਜੀ, ਹੋ ਸਕਦਾ ਹੈ ਕੁਝ ਸਟੂਡੈਂਟਸ ਨੇ 2016, 17 ਜਾਂ 18 ਦੇ ਵਿੱਚ ਹੀ ਆਪਣਾ ਟਾਰਗੇਟ ਨੂੰ ਜਾਂ ਗੋਲ ਨੂੰ ਫਿਕਸ ਕਰ ਲਿਆ ਸੀ ਕਿ ਇਸ ਵਾਰ ਜਿਹੜਾ ਹੈਗਾ ਮੈਂ ਸਬ ਇੰਸਪੈਕਟਰ ਦਾ ਪੇਪਰ ਕਲੀਅਰ ਕਰਨਾ, ਇਸ ਵਾਰ ਮੈਂ ਜਿਹੜਾ ਹੈਗਾ ਭਰਤੀ ਦੇ ਵਿੱਚ ਕਲੀਅਰ ਕਰਨਾ ਹੀ ਕਰਨਾ। ਠੀਕ ਹੈ, ਹੋ ਸਕਦਾ ਉਹਨਾਂ ਨੇ ਜਿਹੜਾ ਹੈਗਾ 2 ਸਾਲ ਪਹਿਲਾਂ, 3 ਸਾਲ ਪਹਿਲਾਂ ਇਹ ਚੀਜ਼ ਸੋਚ ਲਈ ਸੀ। ਬਟ ਮੈਕਸਿਮਮ ਸਟੂਡੈਂਟਸ ਦੀ ਟੈਂਡੈਂਸੀ ਕੀ ਹੁੰਦੀ ਹੈ ਕਿ ਜਦੋਂ ਨੋਟੀਫਿਕੇਸ਼ਨ ਆਂਦੀ ਹੈ ਉਦੋਂ ਹੀ ਤਿਆਰੀ ਸਟਾਰਟ ਕਰਦੇ। ਠੀਕ ਹੈ, ਉਸ ਤੋਂ ਵੀ ਜ਼ਿਆਦਾ ਤਿਆਰੀ, ਉਸ ਤੋਂ ਵੀ ਜ਼ਿਆਦਾ ਇੰਟੈਂਸਿਟੀ ਤੇ ਤਿਆਰੀ ਕਦੋਂ ਸਟਾਰਟ ਹੁੰਦੀ ਹੈ, ਜਦੋਂ ਪੇਪਰ ਦੀ ਡੇਟ ਆਉਂਦੀ ਹੈ। ਹੁਣ ਇਹ ਤੁਹਾਨੂੰ ਮੈਂ ਕਿਉਂ ਦੱਸ ਰਿਹਾ, ਕਿਉਂਕਿ ਮੈਕਸਿਮਮ ਸਟੂਡੈਂਟਸ ਨੂੰ ਇਹ ਲੱਗਦਾ ਵੀ ਯਾਰ ਮੈਂ ਹੁਣ ਤਾਂ ਤਿਆਰੀ ਨਹੀਂ ਕਰ ਸਕਦਾ, ਹੁਣ ਤਾਂ ਮੈਂ ਬਹੁਤ ਪਿੱਛੇ ਰਹਿ ਗਿਆ, ਹੁਣ ਤਾਂ ਚਲੋ ਦੇ ਆਵਾਂਗੇ ਪੇਪਰ, ਜੇ ਹੋ ਗਿਆ ਤਾਂ ਠੀਕ ਹੈ, ਨਹੀਂ ਤਾਂ ਨਾ। ਬਟ ਐਸਾ ਕੁਝ ਨਹੀਂ ਹੈ ਜੀ, ਜੋ ਤੁਹਾਡੀ ਕੰਡੀਸ਼ਨ ਹੈ ਉਹੀ ਮੈਕਸਿਮਮ ਸਟੂਡੈਂਟਸ ਦੀ ਕੰਡੀਸ਼ਨ ਹੈ। ਹਾਂ, ਅੱਜ ਤੋਂ ਬਾਅਦ ਜਾਂ ਹੁਣ ਤੋਂ ਆਪਾਂ ਨੇ ਕਿਵੇਂ ਅਪਰੋਚ ਕਰਨਾ, ਇਸ ਸਿਚੁਏਸ਼ਨ ਨਾਲ ਕਿਵੇਂ ਡੀਲ ਕਰਨਾ, ਉਹ ਚੀਜ਼ ਬਹੁਤ ਜ਼ਿਆਦਾ ਮੈਟਰ ਕਰੇਗੀ। ਹੁਣ ਤੁਹਾਨੂੰ ਕੀ ਡਿਸੀਜਨਸ ਲੈਣੇ ਚਾਹੀਦੇ ਨੇ, ਹੁਣ ਜੇ ਤੁਸੀਂ ਪੜ੍ਹ ਰਹੇ ਹੋ ਤਾਂ ਕਿਵੇਂ ਪੜ੍ਹਨਾ ਚਾਹੀਦਾ, ਕਿਹੜੀ ਚੀਜ਼ ਕਿਵੇਂ ਪੜ੍ਹਨੀ ਚਾਹੀਦੀ ਹੈ, ਅੱਜ ਬੇਸਿਕਲੀ ਆਪਾਂ ਉਹ ਸਾਰਾ ਡਿਟੇਲਸ ਦੇ ਵਿੱਚ ਡਿਸਕਸ ਕਰਾਂਗੇ। ਤਾਂ ਕੁਝ ਮੇਰੀਆਂ ਸੁਜੈਸ਼ਨਸ ਨੇ ਵੀ ਤੁਹਾਨੂੰ ਜਿਹੜਾ ਹੈਗਾ ਕੀ ਕਰਨਾ ਚਾਹੀਦਾ, ਉਹ ਤੁਹਾਡੇ ਨਾਲ ਥੋੜਾ ਜਿਹਾ ਡਿਸਕਸ ਕਰਾਂਗਾ ਅੱਜ। ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਾਂਗਾ ਕਿ ਤੁਸੀਂ ਵਿਦਆਊਟ ਐਨੀ ਡਾਊਟ ਜਿੰਨੇ ਵੀ ਫਾਰਮਸ ਨੇ ਸਾਰੇ ਫਾਰਮਸ ਫਿਲ ਕਰੋ। ਜਿੰਨੇ ਵੀ ਇਸ ਟਾਈਮ ਤੇ ਫਾਰਮਸ ਹੈਗੇ ਨੇ ਸਾਰੇ ਫਾਰਮਸ ਫਿਲ ਕਰੋ। ਠੀਕ ਹੈ, ਤਾਂ ਪਹਿਲੀ ਚੀਜ਼ ਕੀ ਹੈ, ਫਿਲ ਆਲ ਫਾਰਮਸ ਵਿਦਆਊਟ ਐਨੀ ਡਾਊਟ। ਜਿਹਦੇ ਵਿੱਚ ਤੁਸੀਂ ਐਲੀਜੀਬਲ ਹੋ ਉਹ ਸਾਰੇ ਫਾਰਮਸ ਫਿਲ ਕਰ ਦਿਓ। ਹੁਣ ਇਹਦਾ ਵੀ ਕੁਝ ਰੀਜ਼ਨ ਹੈ। ਪਹਿਲਾ ਰੀਜ਼ਨ ਇਹ ਹੈਗਾ ਕਿ ਜਿਹੜਾ ਸਿਲੇਬਸ ਹੈਗਾ ਉਹ ਆਲਮੋਸਟ ਸੇਮ ਹੈ। ਪੰਜਾਬ ਗਵਰਨਮੈਂਟ ਐਗਜ਼ਾਮਸ ਦੀ ਉਹ ਗੱਲ ਕਰਾਂਗੇ ਅੱਜ, ਕੋਈ यूपीएससी, पीपीएससी, एसएससी, बैंकिंग ਉਹਦੀ ਗੱਲ ਨਹੀਂ ਹੋਏਗੀ। ਪਾਰਟਿਕੂਲਰਲੀ ਅਪਕਮਿੰਗ ਜਿਹੜੇ ਪੰਜਾਬ ਗਵਰਨਮੈਂਟ ਐਗਜ਼ਾਮਸ ਹੈ ਉਹਦੀ ਹੀ ਗੱਲ ਕਰਾਂਗੇ, ਵਿਦ ਰਿਸਪੈਕਟ ਟੂ ਉਹੀ ਐਗਜ਼ਾਮਸ ਆਪਾਂ ਡਿਸਕਸ ਕਰਾਂਗੇ। ਠੀਕ ਹੈ ਜੀ, ਤਾਂ ਸਾਰੇ ਦੇ ਸਾਰੇ ਫਾਰਮਸ ਫਿਲ ਕਰੋ, ਕਿਉਂਕਿ ਕਈ ਸਟੂਡੈਂਟਸ ਕਹਿੰਦੇ ਵੀ ਮੈਂ ਤਾਂ ਸਿਰਫ ਆਹੀ ਪੇਪਰ ਦੇਣਾ ਹੈ ਜਾਂ ਮੈਂ ਆਹੀ ਦੇਣਾ ਹੈ ਜਾਂ ਆਹੀ ਦੇਣਾ। ਇਹਦਾ ਰੀਜ਼ਨ ਕੀ ਹੈ ਜੀ, ਸਿਲੇਬਸ ਆਲਮੋਸਟ ਸੇਮ। ਮੈਂ ਸਿਮਿਲਰ ਨਹੀਂ ਕਹਿ ਰਿਹਾ, ਮੈਂ ਆਲਮੋਸਟ ਸੇਮ ਕਹਿ ਰਿਹਾ। ਆਲਮੋਸਟ ਸੇਮ ਦੀ ਇੰਟੈਂਸਿਟੀ ਸਿਮਿਲਰ ਤੋਂ ਜ਼ਿਆਦਾ ਹੁੰਦੀ ਹੈ, ਪਹਿਲੀ ਚੀਜ਼। ਦੂਜੀ ਗੱਲ ਇਹ ਹੈਗੀ ਹੈ ਜੀ, ਤੁਹਾਨੂੰ ਨਹੀਂ ਪਤਾ ਵੀ ਤੁਹਾਡੀ ਨੌਲੇਜ ਕਿੱਥੇ ਯੂਜ਼ ਹੋਣ ਵਾਲੀ ਹੈ। ਤੁਸੀਂ ਮੰਨ ਲਓ ਇੱਕ ਐਕਸਾਈਜ਼ ਇੰਸਪੈਕਟਰ ਦੀ ਤਿਆਰੀ ਕਰ ਰਹੇ ਹੋ, ਜੋ ਤੁਸੀਂ ਯਾਦ ਕੀਤਾ, ਜੋ ਤੁਸੀਂ ਪੜ੍ਹਿਆ ਉਹ ਉਸ ਪੇਪਰ 'ਚ ਆਇਆ ਨਹੀਂ, ਪਰ ਤੁਸੀਂ ਜਦੋਂ ਪਟਵਾਰੀ ਦਾ ਪੇਪਰ ਦੇਖਿਆ ਜਾਂ ਕੋਈ ਹੋਰ ਪੇਪਰ ਦੇਖਿਆ ਜਿਹੜਾ ਤੁਸੀਂ ਨਹੀਂ ਦਿੱਤਾ, ਤਾਂ ਉੱਥੇ ਤੁਹਾਨੂੰ ਪਛਤਾਵਾ ਹੋਏਗਾ। ਉੱਥੇ ਤੁਸੀਂ ਕਹੋਗੇ ਯਾਰ ਜੇ ਮੈਂ ਦੇ ਦਿੰਦਾ ਇਸ 'ਚ ਮੈਂ ਹੋ ਸਕਦਾ ਫਸਟ ਆ ਜਾਂਦਾ, ਕਿਉਂਕਿ ਸਿਲੇਬਸ ਆਲਮੋਸਟ ਸੇਮ ਹੈ। ਹੁਣ ਕਈ ਸਟੂਡੈਂਟਸ ਕਹਿੰਦੇ ਮੇਰਾ ਇੰਟਰਸਟ ਨਹੀਂ ਹੈ ਇਸ ਫੀਲਡ 'ਚ, ਵੀ ਮੈਂ ਪੁਲਿਸ ਨਹੀਂ ਜਾਣਾ ਚਾਹੁੰਦਾ, ਮੈਂ ਇਹ ਡਿਪਾਰਟਮੈਂਟ ਨਹੀਂ ਜਾਣਾ ਚਾਹੁੰਦਾ, ਮੈਂ ਇਹ ਨਹੀਂ ਕਰਨਾ ਚਾਹੁੰਦਾ। ਦੇਖੋ, ਤੁਹਾਨੂੰ ਪਤਾ ਹੀ ਨਹੀਂ ਹੈ ਵੀ ਤੁਹਾਡਾ ਇੰਟਰਸਟ ਕਿੱਥੇ ਹੈ ਕਿੱਥੇ ਨਹੀਂ ਹੈ। ਤੁਸੀਂ ਜਦ ਤੱਕ ਉਹ ਜੌਬ ਕੀਤੀ ਹੋਈ ਨਹੀਂ, ਤੁਸੀਂ ਸਿਰਫ ਜਿਹੜਾ ਹੈਗਾ ਇਨਵਾਇਰਨਮੈਂਟ ਤੋਂ ਨੈਗੇਟਿਵ ਥਿੰਗਸ ਪਰਸੀਵ ਕੀਤੀਆਂ ਹੋਈਆਂ ਨੇ, ਨੈਗੇਟਿਵ ਗੱਲਾਂ ਸੁਣੀਆਂ ਹੋਈਆਂ ਨੇ, ਉੱਥੋਂ ਤੁਹਾਨੂੰ ਇਹ ਆਈਡੀਆ ਲੱਗਿਆ ਹੋਇਆ ਵੀ ਹਾਂ ਯਾਰ ਇਹ ਤਾਂ ਜੌਬ ਵਧੀਆ ਹੈ, ਇਹ ਜੌਬ ਵਧੀਆ ਨਹੀਂ ਹੈ। ਠੀਕ ਹੈ, ਤੁਸੀਂ ਉਸ ਦੇ ਬੇਸ ਤੇ ਜਿਹੜਾ ਹੈਗਾ ਫਾਰਮ ਫਿਲ ਕਰ ਰਹੇ ਹੋ, ਤਾਂ ਇਹ ਇੱਕ ਕਾਫੀ ਗਲਤ ਹੈ।
ਕਾਫੀ ਵੱਡੀ ਗਲਤੀ ਕਹਿ ਸਕਦੇ ਹੋ। ਤਾਂ ਫਾਰਮ ਤੁਸੀਂ ਸਾਰੇ ਫਿਲ ਕਰੋ, ਕਿਉਂਕਿ ਤੁਹਾਨੂੰ ਨਹੀਂ ਪਤਾ ਜੀ ਤੁਹਾਡੇ ਲਈ ਕਿਹੜੀ ਜੌਬ ਬਣੀ ਹੋਈ ਹੈ, ਤੁਹਾਡਾ ਕਿਹੜੀ ਫੀਲਡ ਦੇ ਵਿੱਚ ਇੰਟਰਸਟ ਹੈਗਾ, ਤੁਸੀਂ ਇਸ ਸਾਲ ਕਿਹੜੀ ਜੌਬ ਤੇ ਲੱਗਣਾ। ਪਹਿਲੀ ਚੀਜ਼। ਹੁਣ ਇਹਦੇ ਨਾਲ ਜਿਹੜਾ ਹੈਗਾ ਆਪਾਂ ਹੋਰ ਥੋੜੀ ਡਿਸਕਸ਼ਨ ਨਾਲ ਕੰਟੀਨਿਊ ਰੱਖਾਂਗੇ। ਪਹਿਲਾਂ ਆਪਾਂ ਦੇਖਦੇ ਹਾਂ ਵੀ ਆਪਾਂ ਜੇ ਅੱਜ ਤੋਂ ਤਿਆਰੀ ਸਟਾਰਟ ਕਰਦੇ ਹਾਂ ਤਾਂ ਤਿਆਰੀ ਆਪਾਂ ਨੂੰ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ, ਉਹ ਚੀਜ਼ ਦੇਖਦੇ ਹਾਂ। ਉਹ ਚੀਜ਼ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਿਲੇਬਸ ਪਤਾ ਹੋਣਾ ਚਾਹੀਦਾ ਜਿਹੜਾ ਆਲਮੋਸਟ ਸੇਮ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜੀਐਸ ਦੀ, ਜਨਰਲ ਸਟੱਡੀਜ਼ ਦੀ। ਸਭ ਤੋਂ ਵੱਡਾ ਰੌਲਾ ਹੀ ਇਹੀ ਹੈ। ਹੁਣ ਸਟੂਡੈਂਟਸ ਕਹਿੰਦੇ ਨੇ ਜਨਰਲ ਸਟੱਡੀਜ਼ ਜਿਹੜਾ ਹੈਗਾ ਬਹੁਤ ਵਾਸਟ ਹੈ, ਕਿਉਂਕਿ ਇਹਦੇ ਵਿੱਚ ਜਿਹੜਾ ਹੈਗਾ ਬਹੁਤ ਕੁਝ ਹੁੰਦਾ ਹੈ। ਪੋਲਿਟੀ ਇਹਦੇ ਵਿੱਚ ਹੁੰਦੀ ਹੈ, ਹਿਸਟਰੀ ਇਹਦੇ ਵਿੱਚ ਹੁੰਦੀ ਹੈ, ਜੀਓਗ੍ਰਾਫੀ ਇਹਦੇ ਵਿੱਚ ਹੁੰਦੀ ਹੈ, ਉਸ ਤੋਂ ਬਾਅਦ ਥੋੜੀ ਬਹੁਤ ਇਕਨੋਮਿਕਸ ਹੁੰਦੀ ਹੈ। ਹਾਲਾਂਕਿ ਇਕਨੋਮਿਕਸ ਪੰਜਾਬ ਗਵਰਨਮੈਂਟ ਐਗਜ਼ਾਮਸ ਦੇ ਵਿੱਚ ਇੰਨੀ ਜ਼ਿਆਦਾ ਆਂਦੀ ਨਹੀਂ, ਤਾਂ ਇਕਨੋਮਿਕਸ ਹੁੰਦੀ ਹੈ, ਪੰਜਾਬ ਜੀਕੇ ਹੁੰਦੀ ਹੈ, ਕਰੰਟ ਅਫੇਅਰਸ ਹੁੰਦੇ ਨੇ, ਉਸ ਤੋਂ ਬਾਅਦ ਆਪਣੇ ਮਿਸਲੇਨੀਅਸ ਜੀਕੇ ਹੁੰਦੀ ਹੈ। ਤਾਂ ਇੰਨਾ ਕੁਝ ਹੁੰਦਾ ਹੈ। ਹੁਣ ਸਟੂਡੈਂਟਸ ਕਹਿੰਦੇ ਯਾਰ ਮੈਂ 2-3 ਮਹੀਨਿਆਂ 'ਚ ਕਿੱਥੋਂ ਪੜ੍ਹ ਲਾਂਗਾ, ਵੀ ਪਿਛਲੇ 3-4 ਸਾਲ ਤਾਂ ਪੜ੍ਹਿਆ ਨਹੀਂ, ਹੁਣ ਕਿੱਥੋਂ ਪੜ੍ਹ ਲਾਂਗਾ। ਤਾਂ ਉਹ ਆਪਣੇ ਆਪ ਨੂੰ ਅੰਡਰ ਐਸਟੀਮੇਟ ਕਰਨਾ ਸਟਾਰਟ ਕਰ ਦਿੰਦੇ ਆ। ਠੀਕ ਹੈ, ਬਟ ਆਪਾਂ ਕੀ ਕਰ ਸਕਦੇ ਹਾਂ, ਆਪਾਂ ਨੂੰ ਕੀ ਕਰਨਾ ਚਾਹੀਦਾ, ਉਸ ਚੀਜ਼ ਤੇ ਡਿਸਕਸ਼ਨ ਕਰਦੇ ਹਾਂ। ਦੇਖੋ ਜਨਰਲ ਸਟੱਡੀਜ਼ ਦੇ ਵਿੱਚ ਮੈਂ ਇਹ ਕਹਾਂਗਾ ਕਿ ਪਹਿਲੀ ਗੱਲ ਤਾਂ ਜਿਵੇਂ ਮੈਕਸਿਮਮ ਸਟੂਡੈਂਟਸ ਕਰ ਰਹੇ ਨੇ ਉਵੇਂ ਨਹੀਂ ਕਰਨਾ ਚਾਹੀਦਾ। ਠੀਕ ਹੈ, ਜਿਵੇਂ ਉਹਨਾਂ ਨੇ ਕੀ ਅਪਰੋਚ ਰੱਖੀ ਹੋਈ ਹੈ, ਜਾਂ ਮੈਕਸਿਮਮ ਇੰਸਟੀਟਿਊਸ਼ਨਸ ਦੇ ਵਿੱਚ ਵੀ ਇਹੀ ਅਪਰੋਚ ਹੁੰਦੀ ਹੈ ਕਿ ਤੁਹਾਡੇ ਕੋਲ ਇੰਨਾ ਵੱਡਾ ਡਾਟਾਬੇਸ ਹੈ, ਇੰਨੀਆਂ ਸਾਰੀਆਂ ਕਿਤਾਬਾਂ ਨੇ, ਉਹ ਤੁਸੀਂ ਸਾਰੀਆਂ ਪੜ੍ਹ ਲਓ ਤੇ ਜਦੋਂ ਪੇਪਰ 'ਚ ਜਾਓਗੇ ਉੱਥੇ ਤੁਸੀਂ ਆਬਵੀਅਸਲੀ ਇਹੀ ਕਹੋਗੇ ਵੀ ਜੋ ਵੀ ਪੇਪਰ 'ਚ ਆਇਆ ਉਹ ਸਾਰਾ ਨੋਟਸ 'ਚੋਂ ਆਇਆ। ਹੁਣ ਤੁਸੀਂ ਪੜ੍ਹ ਹੀ ਇੰਨਾ ਕੁਝ ਲਿਆ ਜੀ, 360 ਡਿਗਰੀ ਤੇ ਤੁਸੀਂ ਸਭ ਕੁਝ ਹੀ ਪੜ੍ਹ ਲਿਆ, ਵੀ ਸਾਰੀ ਪੋਲਿਟੀ ਪੜ੍ਹ ਲਈ, ਸਾਰੀ ਹਿਸਟਰੀ ਪੜ੍ਹ ਲਈ, ਇੰਨੀਆਂ ਡਿਟੇਲਸ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਭ ਕੁਝ ਪੜ੍ਹ ਲਓਗੇ, ਜਾਂ ਸਭ ਕੁਝ ਤੁਹਾਡੇ ਉਸ 'ਚ ਹੈਗਾ ਨੋਟਸ 'ਚ, ਤਾਂ ਆਬਵੀਅਸਲੀ ਪੇਪਰ ਦੇ ਵਿੱਚ ਜੋ ਆਏਗਾ ਉਹ ਨੋਟਸ 'ਚ ਹੀ ਆਏਗਾ। ਇਹ ਚੀਜ਼ ਤਾਂ ਹੈ ਹੀ ਹੈ। ਬਟ ਉਸ ਜਿਹੜਾ ਹੈਗਾ ਐਕਟੀਵਿਟੀ ਨੂੰ ਬਹੁਤ ਜ਼ਿਆਦਾ ਟਾਈਮ ਲੱਗਦਾ ਹੈ। ਤਾਂ ਮੈਕਸਿਮਮ ਸਟੂਡੈਂਟਸ ਗਲਤੀ ਕੀ ਕਰਦੇ ਨੇ, ਉਹ ਉਵੇਂ ਪੜ੍ਹਨਾ ਸਟਾਰਟ ਕਰ ਦਿੰਦੇ ਆ ਸਟਾਰਟਿੰਗ ਦੇ ਵਿੱਚ, ਕਿਉਂਕਿ ਬਹੁਤ ਡਿਟੇਲਸ ਪੜ੍ਹ ਰਹੇ ਹੁੰਦੇ ਆ, ਹਿਸਟਰੀ ਪੜ੍ਹਦੇ ਆ, ਪ੍ਰੈਜ਼ੈਂਟ ਪੜ੍ਹਦੇ ਨੇ, ਫਿਊਚਰ ਪੜ੍ਹਦੇ ਨੇ, ਉਸ ਤਰ੍ਹਾਂ ਉਹ ਇੰਟਰਸਟਿੰਗ ਲੱਗਦਾ ਹੈ। ਬਟ ਆਫਟਰ ਸਮ ਡੇਜ਼ ਉਹ ਛੱਡ ਦਿੰਦੇ ਆ ਵੀ ਇਹ ਤਾਂ ਯਾਰ ਬਹੁਤ ਕੁਛ ਹੈ, ਕਿੱਥੋਂ ਕਰਾਂਗੇ। ਤਾਂ ਤੁਹਾਨੂੰ ਆਬਵੀਅਸਲੀ ਉਹ ਚੀਜ਼ ਕਰਨੀ ਚਾਹੀਦੀ ਹੈ ਜਿਹੜੀ ਫੀਜ਼ੀਬਲ ਹੈ, ਜਿਹੜੀ ਪ੍ਰੈਕਟੀਕਲ ਹੈ, ਜਿਹੜੀ ਪੋਸੀਬਲ ਹੈ ਵੀ ਆਪਾਂ ਵਿਦਿਨ 45 ਡੇਜ਼ 55 ਡੇਜ਼ ਕੰਪਲੀਟ ਕਰ ਸਕਦੇ ਹਾਂ। ਉਹਦੇ ਵਿੱਚ ਪਹਿਲਾਂ ਇਹ ਸਮਝਾਂਗੇ ਕੀ ਨਹੀਂ ਕਰਨਾ, ਫਿਰ ਇਹ ਸਮਝਾਂਗੇ ਕੀ ਕਰਨਾ ਹੈ। ਤਾਂ ਉਹਦੇ ਵਿੱਚ ਦੇਖੋ ਜੀ ਸਿੰਪਲੀ ਮੈਂ ਇਹੀ ਕਹਾਂਗਾ ਵੀ ਇਹਦੇ ਵਿੱਚ ਸਾਰਾ ਜਿਹੜਾ ਹੈਗਾ ਕੀ ਨਹੀਂ ਕਰਨਾ, ਤਾਂ ਉਹਦੇ ਵਿੱਚ ਹੈਗਾ ਆਪਣਾ ਵੀ ਤੁਸੀਂ ਕਹਿ ਸਕਦੇ ਹੋ ਨੋ ਅਰਿਹੰਤ, ਨੋ ਲਿਊਸੈਂਟ, ਨੋ ਇੰਨਾ ਵੱਡਾ ਡਾਟਾਬੇਸ ਵੀ ਤੁਸੀਂ ਸਭ ਕੁਝ ਡਿਟੇਲਸ 'ਚ ਪੜ੍ਹ ਰਹੇ ਹੋ, ਵੀ ਮੈਂ ਤਾਂ ਜਿਹੜਾ ਹੈਗਾ ਪੂਰੀ ਹਿਸਟਰੀ ਡਿਟੇਲਸ 'ਚ ਪੜ੍ਹ ਰਿਹਾ, ਪੂਰੀ ਜਿਓਗ੍ਰਾਫੀ ਡਿਟੇਲਸ 'ਚ ਪੜ੍ਹ ਰਿਹਾ। ਤਾਂ ਨੋ ਬਹੁਤ ਵੱਡਾ ਡਾਟਾਬੇਸ, ਇਹ ਚੀਜ਼ਾਂ ਨਹੀਂ ਕਰਨੀਆਂ ਜੀਐਸ ਦੇ ਵਿੱਚ, ਇਹ ਚੀਜ਼ਾਂ ਨਹੀਂ ਕਰਨੀਆਂ ਜੀ, ਕਿਉਂਕਿ ਇਹ ਕਰਨ ਨੂੰ ਬਹੁਤ ਜ਼ਿਆਦਾ ਟਾਈਮ ਲੱਗੇਗਾ, ਬਹੁਤ ਜ਼ਿਆਦਾ ਮਤਲਬ ਬਹੁਤ ਜ਼ਿਆਦਾ। ਤਾਂ ਹੁਣ ਜੇ ਨਹੀਂ ਕਰਨਾ ਫਿਰ ਕਰਨਾ ਕੀ ਚਾਹੀਦਾ। ਦੇਖੋ ਇੱਕ ਛੋਟੀ ਜਿਹੀ ਗੱਲ ਹੁੰਦੀ ਹੈ ਜੀ, ਪੰਜਾਬ ਗਵਰਨਮੈਂਟ ਐਗਜ਼ਾਮਸ ਜਾਂ ਕੋਈ ਵੀ ਐਗਜ਼ਾਮਸ, ਜਾਂ ਪਰਟੀਕੁਲਰਲੀ PSSB ਐਗਜ਼ਾਮ 'ਚ, ਜਿਵੇਂ ਪਟਵਾਰੀ ਦਾ ਉਹਨੇ ਪੇਪਰ ਲੈਣਾ ਹੈ, ਵੈਲਫੇਅਰ ਆਫੀਸਰ ਦਾ ਉਹਨੇ ਪੇਪਰ ਲਿੱਤਾ ਸੀਗਾ, ਐਕਸਾਈਜ਼ ਇੰਸਪੈਕਟਰ ਦਾ, ਬਾਕੀ ਮੈਕਸਿਮਮ ਉਹਨੇ ਲੈਣੇ ਨੇ ਪੇਪਰ। ਠੀਕ ਹੈ, ਤਾਂ ਉਹਦੀ ਜਿਹੜੀ ਮੇਨ ਚੀਜ਼ ਹੈਗੀ ਹੈ ਜੀ ਪ੍ਰੀਵੀਅਸ ਈਅਰ ਪੇਪਰਸ, ਉਹੀ ਆਪਣੇ ਆਪ ਵਿੱਚ ਸਭ ਕੁਝ ਹੈ। ਪ੍ਰੀਵੀਅਸ ਈਅਰ ਪੇਪਰਸ ਜਿਹਨੇ ਉਹਨੂੰ ਸਮਝ ਲਿਆ ਉਹਦਾ ਪੇਪਰ ਕਲੀਅਰ, ਪ੍ਰੀਵੀਅਸ ਈਅਰ ਪੇਪਰਸ ਹੀ ਸਭ ਕੁਝ ਹੁੰਦਾ ਹੈ। ਠੀਕ ਹੈ, ਤਾਂ ਉਸਦੇ ਬੇਸ ਤੇ ਆਪਾਂ ਨੇ ਕੀ ਕੀਤਾ ਹੋਇਆ, ਆਪਾਂ ਨੇ ਇੱਕ ਨੋਟਸ ਬਣਾਏ ਹੋਏ ਨੇ ਜਿਸ ਦੇ ਵਿੱਚ ਕੀ ਇੰਕਲੂਡ ਕੀਤਾ, ਉਹਦੇ ਵਿੱਚ ਹੈਗਾ ਜੀ ਮੋਸਟ ਰਿਪੀਟਿਡ ਡਾਟਾ, ਮੋਸਟ ਰਿਪੀਟਿਡ ਕਹਿ ਲਓ, ਤੇ ਨਾਲ ਨਾਲ ਜਿਹੜਾ ਹੈਗਾ ਮੋਸਟ ਐਕਸਪੈਕਟਿਡ ਵੀ ਹੈਗਾ, ਕਿਉਂਕਿ ਜਦੋਂ ਪ੍ਰੀਵੀਅਸ ਈਅਰ ਕੁਐਸਚਨਸ ਤੁਸੀਂ ਐਨਾਲਾਈਜ਼ ਕਰਦੇ ਹੋ ਤਾਂ ਉਹਦੇ ਨਾਲ ਜਿਹੜਾ ਹੈਗਾ ਮੋਸਟ ਐਕਸਪੈਕਟਿਡ ਕੁਐਸਚਨ ਵੀ ਬਣਦੇ ਜਾਂਦੇ ਨੇ।
ਉੱਥੇ ਤੁਸੀਂ ਕਰੰਟ ਅਫੇਅਰਸ ਪੜ੍ਹ ਰਹੇ ਹੋ, ਉੱਥੋਂ ਤੁਹਾਨੂੰ ਆਈਡੀਆ ਹੋ ਜਾਂਦਾ ਵੀ ਉਹ ਕਰੰਟ ਅਫੇਅਰ ਦੇ ਵਿੱਚ ਕਿਸ ਤਰ੍ਹਾਂ ਦੇ ਕੁਐਸਚਨਸ ਪੁੱਛਦੇ ਨੇ, ਤਾਂ ਉੱਥੋਂ ਮੋਸਟ ਐਕਸਪੈਕਟਿਡ ਡਾਟਾ ਬਣ ਜਾਂਦਾ। ਤਾਂ ਉਸ ਤਰ੍ਹਾਂ ਦਾ ਡਾਟਾ, ਲੀਸਟ ਡਾਟਾ ਆਪਾਂ ਬਣਾਇਆ ਹੋਇਆ। ਹੁਣ ਉਸ ਤੋਂ ਬਾਅਦ ਜਿਹੜਾ ਉਹ ਲੀਸਟ ਡਾਟਾ ਹੈਗਾ, ਜੇ ਉਹ ਤੁਸੀਂ ਪੜੋਗੇ ਤਾਂ ਤੁਹਾਨੂੰ ਮੈਕਸਿਮਮ ਜਿਹੜਾ ਹੈਗਾ ਟੋਟਲ ਸਾਰੀ ਜੀਐਸ ਕਰਨ ਨੂੰ 40 ਆਵਰਸ ਲੱਗਣਗੇ ਮੈਕਸਿਮਮ ਵਿਦ ਵੀਡੀਓਜ਼। ਹੁਣ ਉਹ ਵੀਡੀਓਜ਼ ਦੇ ਵਿੱਚ ਐਕਸਟਰਾ ਚੀਜ਼ ਅਸੀਂ ਕੀ ਪ੍ਰੋਵਾਈਡ ਕਰਤੀ, ਜਿੰਨਾ ਵੀ ਡਾਟਾ ਹੈ ਜਿਹੜਾ ਮੋਸਟ ਇੰਪੋਰਟੈਂਟ ਹੈ, ਮੋਸਟ ਰਿਪੀਟਡ ਹੈ, ਸਾਰਿਆਂ ਦੇ ਮੈਮਰੀ ਮੈਥਡਸ ਬਣਾਤੇ, ਸਾਰਿਆਂ ਦੇ ਜਿਹੜਾ ਹੈਗਾ ਯਾਦ ਕਰਨ ਦੇ ਤਰੀਕੇ ਨੇ, ਜਿੰਨੀਆਂ ਵੀ ਚੀਜ਼ਾਂ ਨੇ ਸਾਰਿਆਂ ਦੇ ਮੈਮਰੀ ਮੈਥਡਸ ਬਣਾਤੇ। ਹੁਣ ਮੈਮਰੀ ਮੈਥਡਸ ਦੇ ਵਿੱਚ ਮੈਂ ਇੱਕ ਚੀਜ਼ ਕਹਿਣਾ ਹੁੰਦਾ ਜੀ, ਵੀ ਮੈਮਰੀ ਮੈਥਡ ਦੇ ਵਿੱਚ ਤੁਸੀਂ ਕੀ ਕਰਨਾ ਹੈ, ਦੇਖੋ ਹੁਣ ਉਹ ਮੈਮਰੀ ਮੈਥਡਸ ਮੰਨ ਲਓ ਤੁਹਾਡੇ ਕੋਲ 100 ਇਨਫੋਰਮੇਸ਼ਨ ਨੇ, ਠੀਕ ਹੈ, ਹੁਣ 100 ਚੀਜ਼ਾਂ ਤੁਸੀਂ ਯਾਦ ਰੱਖਣੀਆਂ ਤਾਂ 100 ਮੈਮਰੀ ਮੈਥਡਸ ਨੇ, ਤਾਂ ਹਰ ਮੈਮਰੀ ਮੈਥਡ ਹਰ ਬੱਚੇ ਲਈ ਨਹੀਂ ਬਣਿਆ ਹੋਇਆ। ਕਿਉਂਕਿ ਜੇ ਮੰਨ ਲਓ ਕੋਈ ਸਟੂਡੈਂਟ ਹਿਸਟਰੀ ਦਾ ਟੀਚਰ ਹੈ, ਹਿਸਟਰੀ ਉਹ ਲਾਸਟ 10 ਇਅਰਸ ਤੋਂ ਪੜ੍ਹਾ ਰਿਹਾ, ਹਿਸਟਰੀ 'ਚ ਉਹਨੂੰ ਬਹੁਤ ਇੰਟਰਸਟ ਸੀ, ਹਿਸਟਰੀ ਦੀਆਂ ਉਹ ਵੈਸੇ ਹੀ ਬੁੱਕਸ ਪੜ੍ਹਦਾ ਰਹਿੰਦਾ ਸੀ, ਤਾਂ ਉਹਨੂੰ ਹਿਸਟਰੀ ਦੇ ਮੈਮਰੀ ਮੈਥਡਸ ਦੀ ਰਿਕੁਆਇਰਮੈਂਟ ਹੀ ਨਹੀਂ ਹੈ। ਉਹ ਕਹੇਗਾ ਯਾਰ ਮੈਂ ਇਹ ਕੀ ਕਰਨੇ, ਮੈਨੂੰ ਤਾਂ ਵੈਸੇ ਹੀ ਇਹ ਚੀਜ਼ਾਂ ਆਉਂਦੀਆਂ ਨੇ, ਠੀਕ ਹੈ। ਤਾਂ ਕੁਝ ਸਟੂਡੈਂਟਸ ਨੂੰ ਕੋਈ ਜਿਹੜਾ ਹੈਗਾ ਹੋਰ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਮੈਮਰੀ ਮੈਥਡਸ, ਹਿਸਟਰੀ ਵਾਲੇ ਸਟੂਡੈਂਟਸ ਨੂੰ ਜੀਓਗ੍ਰਾਫੀ ਦੀਆਂ ਚੀਜ਼ਾਂ ਚਾਹੀਦੀਆਂ ਨੇ, ਜੀਓਗ੍ਰਾਫੀ ਵਾਲੇ ਸਟੂਡੈਂਟਸ ਨੂੰ ਜਿਹੜਾ ਹੈਗਾ ਮਿਸਲੇਨੀਅਸ ਜੀਕੇ ਦੀਆਂ ਚਾਹੀਦੀਆਂ ਨੇ। ਤਾਂ ਜਿਹੜੇ ਮੈਮਰੀ ਮੈਥਡਸ ਦੀ ਤੁਹਾਨੂੰ ਪਾਰਟਿਕੂਲਰ ਰਿਕੁਆਇਰਮੈਂਟ ਹੈਗੀ ਹੈ, ਤੁਸੀਂ ਉਹ ਯੂਜ਼ ਕਰ ਸਕਦੇ ਹੋ। ਜਿਹੜਾ ਤੁਹਾਨੂੰ ਵੈਸੀ ਚੀਜ਼ਾਂ ਯਾਦ ਆ ਉਹ ਵੀ ਯਾਦ ਕਰ ਲਓ। ਤਾਂ ਇਸ ਤਰ੍ਹਾਂ ਜੇ ਤੁਸੀਂ ਡਾਟਾ ਯਾਦ ਕਰੋਗੇ, ਜਿਹੜਾ ਆਪਣਾ ਲੀਸਟ ਡਾਟਾ ਹੈਗਾ, ਠੀਕ ਹੈ, ਉਹਨੂੰ ਮੈਕਸਿਮਮ 40 ਆਵਰਸ ਲੱਗਣਗੇ। ਤਾਂ ਕੁਝ ਵੀਡੀਓਜ਼ ਵੀ ਬਣੀਆਂ ਹੋਈਆਂ ਨੇ ਮੈਮਰੀ ਮੈਥਡਸ ਦੀਆਂ, ਉਹ ਤੁਸੀਂ ਦੇਖ ਸਕਦੇ ਹੋ। ਉਹਦੇ ਵਿੱਚ ਪ੍ਰੋਪਰਲੀ ਜਿਹੜਾ ਹੈਗਾ ਮੈਮਰੀ ਮੈਥਡਸ ਲਾ ਕੇ ਐਸੋਸੀਏਸ਼ਨ ਕਰਕੇ ਉਹਨੂੰ ਆਪਾਂ ਇੱਕ ਇੰਟਰਸਟਿੰਗ ਮੈਥਡਸ ਦੇ ਵਿੱਚ ਸ਼ੋ ਕੀਤਾ ਹੋਇਆ, ਠੀਕ ਹੈ। ਤਾਂ ਤੁਸੀਂ ਉਵੇਂ ਕਰ ਸਕਦੇ ਹੋ। ਇਹਦੇ ਨਾਲ ਕੀ ਹੈਗਾ, ਦੇਖੋ ਜੇ ਤੁਸੀਂ ਇਹ ਸਭ ਕੁਝ ਕਰ ਰਹੇ ਹੋ, ਪਹਿਲੀ ਗੱਲ ਤਾਂ ਇਹ ਫਿਜ਼ੀਬਲ ਨਹੀਂ ਹੈ, ਪ੍ਰੈਕਟੀਕਲ ਨਹੀਂ ਹੈ, ਪੋਸੀਬਲ ਨਹੀਂ ਹੈ। ਜੇ ਫੇਰ ਵੀ ਕੋਈ ਸਟੂਡੈਂਟ ਇਹ ਕਰ ਲੈਂਦਾ, ਠੀਕ ਹੈ, ਤਾਂ ਉਹਨਾਂ ਦੇ ਔਨ ਐਨ ਐਵਰੇਜ ਜੇ 20 ਮਾਰਕਸ ਦੀ ਜੀਐਸ ਆਣੀ ਹੈ ਤਾਂ 20 ਮਾਰਕਸ ਚੋਂ ਅਬਾਊਟ 70 ਨੰਬਰ ਲੈ ਲੈਣਗੇ, 17 ਨੰਬਰਸ ਆ ਜਾਣਗੇ। ਜੇ ਤੁਸੀਂ ਇਸ ਤਰ੍ਹਾਂ ਪੜੋਗੇ ਤਾਂ ਇਸ ਤਰ੍ਹਾਂ ਤੁਹਾਡੇ ਅਬਾਊਟ 13 to 14 ਆ ਜਾਣਗੇ। ਹੁਣ ਡਿਫਰੈਂਸ ਹੈਗਾ ਅਬਾਊਟ 3 ਨੰਬਰਸ ਦਾ, ਬਟ ਆਰਸ ਮਿਹਨਤ ਬਹੁਤ ਜ਼ਿਆਦਾ ਡਿਫਰੈਂਸ ਹੈ। ਇੱਥੇ ਸਿਰਫ 40 ਆਰਸ ਹੈ, ਉੱਥੇ ਹੋ ਸਕਦਾ 200 ਆਰਸ ਚ ਵੀ ਕੰਪਲੀਟ ਨਾ ਹੋਵੇ, ਕਿਉਂਕਿ ਉਹ ਡਾਟਾਬੇਸ ਹੀ ਬਹੁਤ ਜ਼ਿਆਦਾ ਹੈ ਜੀ, ਬਹੁਤ ਜ਼ਿਆਦਾ ਮਤਲਬ ਬਹੁਤ ਜ਼ਿਆਦਾ। ਤੁਸੀਂ ਕੋਈ ਵੀ ਜੀਐਸ ਦੇ ਨੋਟਸ ਦੇਖ ਲਓ ਨਾਰਮਲ, ਬਹੁਤ ਡਾਟਾਬੇਸ ਹੈ, ਉਹ ਚੀਜ਼ ਹੁਣ ਨਹੀਂ ਪੋਸੀਬਲ। ਹਾਂ ਜੇ ਪੇਪਰ ਤੁਸੀਂ ਨੈਕਸਟ ਟਾਈਮ ਦੇਣਾ, ਜਦੋਂ 2025 ਚ ਪੋਸਟ ਆਣਗੀਆਂ ਜਾਂ 24 ਚ, ਫਿਰ ਤੁਸੀਂ ਉਸ ਤਰ੍ਹਾਂ ਪ੍ਰੈਪਰੇਸ਼ਨ ਸਟਾਰਟ ਕਰ ਸਕਦੇ ਹੋ। ਫਿਰ ਜਿਹੜੀ ਅਰੀਹੰਤ ਜਾਂ ਲਿਊਸੈਂਟ ਹੈ ਬਹੁਤ ਅੱਛੀ ਬੁੱਕ ਹੈ, ਨੋ ਡਾਊਟ, ਤੁਸੀਂ ਡਿਟੇਲਸ ਦੇ ਵਿੱਚ ਜੋ ਮਰਜ਼ੀ ਪੜ੍ਹ ਸਕਦੇ ਹੋ। ਬਟ ਇਸ ਟਾਈਮ ਤੇ ਜੇ ਤੁਸੀਂ ਇੱਧਰ ਚਲੇ ਗਏ, ਰੈਂਡਮ ਸਟੱਡੀ ਸਟਾਰਟ ਕਰਤੀ, ਤੁਹਾਨੂੰ ਜਿਹੜਾ ਹੈਗਾ ਬਹੁਤ ਜ਼ਿਆਦਾ ਕਨਫਿਊਜ਼ਨ ਹੋ ਜਾਏਗੀ, ਤੁਸੀਂ ਕੁਝ ਵੀ ਨਹੀਂ ਕਰ ਪਾਓ। ਤਾਂ ਬੈਟਰ ਇਹੀ ਹੈ ਕਿ ਲਿਮਿਟਿਡ ਪੜੋ, ਲੀਸਟ ਪੜੋ, ਲੀਸਟ ਡਾਟਾ ਪੜ੍ਹ ਕੇ ਮੈਕਸਿਮਮ ਐਫੀਸ਼ੀਐਂਸੀ ਸ਼ੋ ਕਰਕੇ ਹੀ ਪੇਪਰ ਕਲੀਅਰ ਕੀਤਾ ਜਾ ਸਕਦਾ ਹੈ। ਹਮੇਸ਼ਾ ਯਾਦ ਰੱਖਿਓ ਜੀ, ਪੇਪਰ ਜਿਹੜਾ ਹੈਗਾ ਕਦੇ ਵੀ ਸਾਰਾ ਸਿਲੇਬਸ ਪੜ੍ਹ ਕੇ ਨਹੀਂ ਕਲੀਅਰ ਹੁੰਦਾ, ਸਿਰਫ ਕੁਝ ਲਿਮਿਟਿਡ ਸਿਲੇਬਸ ਹੀ ਪੜ੍ਹਨਾ ਹੁੰਦਾ। ਬਟ ਉਹਨੂੰ ਆਪਾਂ ਨੇ ਇਸ ਤਰ੍ਹਾਂ ਪੜ੍ਹਨਾ ਹੁੰਦਾ ਕਿ ਆਪਣਾ ਉਹ ਪੇਪਰ ਦੇ ਵਿੱਚ ਕੋਈ ਕੁਐਸਚਨ ਗਲਤ ਨਹੀਂ ਹੋਣਾ ਚਾਹੀਦਾ। ਤੁਸੀਂ ਜੇ ਪੇਪਰ ਦੇ ਵਿੱਚ ਜਾ ਕੇ ਇਹ ਕਹਿ ਰਹੇ ਨਾ ਯਾਰ ਇਹ ਤਾਂ ਮੈਂ ਪੜ੍ਹਿਆ ਸੀ, ਮੇਰਾ ਗਲਤ ਹੋ ਗਿਆ, ਇਹ ਤਾਂ ਮੈਨੂੰ ਆਂਦਾ ਸੀ, ਪੇਪਰ ਦੇ ਵਿੱਚ ਹੋ ਨਹੀਂ ਪਾਇਆ, ਇਟ ਮੀਨਸ ਕਿ ਤੁਸੀਂ ਉਹਨੂੰ ਪੜ੍ਹਿਆ ਹੀ ਨਹੀਂ ਸੀ, ਤੁਹਾਨੂੰ ਪਤਾ ਹੀ ਨਹੀਂ ਵੀ ਉਹ ਪੜ੍ਹਨਾ ਕਿਵੇਂ ਸੀਗਾ। ਕਿਉਂਕਿ ਜਿਹੜੀ ਚੀਜ਼ ਤੁਸੀਂ ਇੱਕ ਵਾਰ ਪੜ੍ਹ ਲਈ ਜਿਸ ਤਰ੍ਹਾਂ ਉਹ ਪੜ੍ਹਨੀ ਚਾਹੀਦੀ ਹੈ, ਤਾਂ ਪੇਪਰ ਕਦੇ ਗਲਤ ਨਹੀਂ ਹੋਏਗੀ। ਤੁਸੀਂ ਉਹਨੂੰ ਪੜ੍ਹ ਹੀ ਗਲਤ ਤਰੀਕੇ ਨਾਲ ਰਹੇ ਹੋ ਤਾਂ ਹੀ ਇਹ ਚੀਜ਼ ਕਹਿ ਰਹੇ ਹੋ, ਜਾਂ ਤੁਸੀਂ ਪੜ੍ਹ ਹੀ ਬਹੁਤ ਕੁਛ ਰਹੇ ਹੋ ਤਾਂ ਤੁਹਾਡੇ ਤੋਂ ਇਹ ਗਲਤੀ ਹੋ ਰਹੀ ਹੈ। ਤਾਂ ਆਪਾਂ ਨੇ ਲੀਸਟ ਡਾਟਾ ਮੈਕਸਿਮਮ ਐਫੀਸ਼ੀਐਂਸੀ ਨਾਲ ਪੜ੍ਹਨਾ ਹੁੰਦਾ। ਦੇਖੋ ਇਹਨੂੰ ਆਪਾਂ ਇੱਕ ਐਗਜ਼ਾਮਪਲ ਦੇ ਥਰੂ ਸਮਝਦੇ ਹਾਂ। ਜਿਵੇਂ ਮੰਨ ਲਓ ਗ੍ਰੀਨ ਰੈਵੋਲੂਸ਼ਨ ਦੀ ਗੱਲ ਹੋ ਰਹੀ ਹੈ, ਹੁਣ ਇਹਦੇ ਵਿੱਚ ਕੀ ਹੈ, ਮੈਕਸਿਮਮ ਸਟੂਡੈਂਟਸ ਦੀ ਟੈਂਡੈਂਸੀ ਕੀ ਹੁੰਦੀ ਹੈ, ਉਹ ਕੀ ਕਰਨਗੇ, ਇਹਦੇ ਵਿੱਚ ਉਹ ਕਹਿਣਗੇ ਜੀ ਗ੍ਰੀਨ ਰੈਵੋਲੂਸ਼ਨ ਦੇ ਵਿੱਚ ਉਹਨਾਂ ਨੇ ਕਹਿਣਾ
ਵੀ ਫਾਦਰ ਆਫ ਗ੍ਰੀਨ ਰੈਵੋਲੂਸ਼ਨ ਕੌਣ ਸੀਗਾ, ਗ੍ਰੀਨ ਰੈਵੋਲੂਸ਼ਨ ਕਦੋਂ ਆਈ, ਉਸ ਟਾਈਮ ਤੇ ਪੀਐਮ ਕੌਣ ਸੀਗਾ, ਉਸ ਟਾਈਮ ਤੇ ਜੀਡੀਪੀ ਕਿੰਨੀ ਚੱਲ ਰਹੀ ਸੀ, ਜੀਡੀਪੀ ਕੀ ਹੁੰਦਾ ਹੈ, ਉਸ ਟਾਈਮ ਤੇ ਕੀ ਐਕਸ਼ਨਸ ਲਿੱਤੇ ਸੀ। ਹੁਣ ਮੈਕਸਿਮਮ ਸਟੂਡੈਂਟਸ ਇੰਨਾ ਡਾਟਾਬੇਸ ਪੜ੍ਹ ਰਹੇ ਨੇ, ਬਟ ਪਤਾ ਕੀ ਹੋਣਾ ਚਾਹੀਦਾ ਜੀ, ਫਾਦਰ ਆਫ ਗ੍ਰੀਨ ਰੈਵੋਲੂਸ਼ਨ। ਪੜ੍ਹਨਾ ਕਿੰਨਾ ਕੁ ਹੈ, ਉਨਾ ਕੁ। ਜਿਹੜੀ ਚੀਜ਼ ਮੋਸਟ ਐਕਸਪੈਕਟਿਡ ਹੈ ਜਾਂ ਮੋਸਟ ਰਿਪੀਟਡ ਹੈ। ਹੁਣ ਜਿਹੜੇ ਸਭ ਕੁਝ ਪੜ੍ਹ ਰਹੇ ਨੇ, ਓਬਵੀਅਸਲੀ ਉਹ ਉਨੀ ਅੱਛੀ ਤਰ੍ਹਾਂ ਨਹੀਂ ਪੜ੍ਹ ਸਕਦੇ ਜਿਹੜਾ ਬੱਚਾ ਸਿਰਫ ਇੱਕ ਚੀਜ਼ ਪੜ੍ਹ ਰਿਹਾ ਉਨੀ ਅੱਛੀ ਤਰ੍ਹਾਂ। ਹੁਣ ਤੁਹਾਨੂੰ ਬੇਸਿਕ ਚੀਜ਼ਾਂ ਪਤਾ ਨਹੀਂ ਹੈ, ਤੁਸੀਂ ਇੰਨੀਆਂ ਡਿਟੇਲ 'ਚ ਇੰਨਾ ਕੁਛ ਪੜ੍ਹੀ ਜਾ ਰਹੇ ਹੋ, ਉਹਦਾ ਬੈਨੀਫਿਟ ਕੀ ਹੈ? ਕੋਈ ਵੀ ਨਹੀਂ। ਤਾਂ ਇਨ ਨਟਸ਼ੈਲ ਮੈਂ ਇਹ ਕਹਿਣਾ ਚਾਹੁੰਦਾ ਵੀ ਵੀ ਸ਼ੁਡ ਡੂ ਓਨਲੀ ਵਾਟ ਇਜ਼ ਨੀਡਿਡ। ਫੋਕਸ ਸਟੱਡੀ ਦੀ ਰਿਕੁਆਇਰਮੈਂਟ ਹੈ, ਪਾਰਟਿਕੂਲਰਲੀ ਜੀਐਸ ਦੇ ਵਿੱਚ ਬਹੁਤ ਜ਼ਿਆਦਾ, ਸਪੈਸ਼ਲੀ ਹੁਣ, ਕਿਉਂਕਿ ਪੇਪਰ ਤੁਹਾਡਾ ਵਿਦਿਨ 2 ਔਰ 3 ਮੰਥਸ ਹੈ, ਵਿਦਿਨ 2 ਔਰ 3 ਈਅਰਸ ਨਹੀਂ ਹੈ। ਹਾਂ ਵੈਸੇ ਦੇਖੋ ਜੀ, ਵੈਸੇ ਵੀ ਹਿਊਮਨ ਦੀ ਟੈਂਡੈਂਸੀ ਹੁੰਦੀ ਹੈ, ਐਂਗਜ਼ਾਇਟੀ ਹੁੰਦੀ ਹੈ, ਕਿਊਰੀਅਸਨੈਸ ਹੁੰਦੀ ਹੈ ਵੀ ਹਾਂ ਆਪਾਂ ਸਭ ਕੁਝ ਜਾਣੀਏ, ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ, ਠੀਕ ਹੈ। ਬਟ ਇਸ ਟਾਈਮ ਤੇ ਉਹ ਚੀਜ਼ ਅਪਲਾਈ ਨਹੀਂ ਹੁੰਦੀ। ਜੇ ਤੁਸੀਂ ਹੁਣ ਕਹੋ ਵੀ ਅਸੀਂ ਜਿਹੜਾ ਹੈਗਾ ਇਹ ਵੀ ਪੜ੍ਹ ਲਈਏ ਇਹ ਵੀ ਪੜ੍ਹ ਲਈਏ, ਪ੍ਰੋਬਲਮ ਉਦੋਂ ਹੀ ਆਉਂਦੀ ਹੈ ਜਦੋਂ ਜੀਐਸ 'ਚ। ਹੁਣ ਪ੍ਰੋਬਲਮ ਕੀ ਹੈ, ਜੀਐਸ ਨਾਲ ਸਟੂਡੈਂਟਸ ਨੂੰ ਇਹ ਪ੍ਰੋਬਲਮ ਆਉਂਦੀ ਹੈ ਵੀ ਯਾਰ ਹੋ ਸਕਦਾ ਇਸ ਵਾਰ ਇਹ ਨਾ ਆ ਜੇ, ਹੋ ਸਕਦਾ ਇਸ ਵਾਰ ਇਹ ਨਾ ਆ ਜੇ, ਹੋ ਸਕਦਾ ਐਵੇਂ ਨਾ ਹੋ ਜੇ, ਹੋ ਸਕਦਾ ਉਵੇਂ ਨਾ ਹੋ ਜੇ। ਜਦੋਂ ਇਹ ਕੁਐਸਚਨਸ ਰਾਈਜ਼ ਹੁੰਦੇ ਨੇ ਉਦੋਂ ਡਾਟਾਬੇਸ ਵੱਧਦਾ ਜਾਂਦਾ, ਵਧੀ ਜਾਂਦਾ, ਵਧੀ ਜਾਂਦਾ, ਵਧੀ ਜਾਂਦਾ, ਠੀਕ ਹੈ। ਉਹ ਇੱਕ ਗਲਤੀ ਹੈ। ਹੁਣ ਉਵੇਂ ਕੀ ਹੈਗਾ, ਜਿਵੇਂ ਤੁਸੀਂ ਕੋਈ ਪੇਪਰ ਦੇ ਰਹੇ ਹੋ, ਪੇਪਰ ਦੇ ਵਿੱਚ ਜਦੋਂ ਉਸ ਤਰ੍ਹਾਂ ਦਾ ਕੁਐਸਚਨ ਆਏਗਾ, ਜਿਵੇਂ ਮੰਨ ਲਓ ਜਦੋਂ ਗ੍ਰੀਨ ਰੈਵੋਲੂਸ਼ਨ ਆਈ ਸੀ ਤਾਂ ਕਿੰਨੀ ਜੀਡੀਪੀ ਸੀ, ਜਾਂ ਕੋਈ ਇਹੋ ਜਿਹਾ ਇੱਕ ਡਿਫਿਕਲਟ ਕੁਐਸਚਨ ਆ ਰਿਹਾ, ਤੁਸੀਂ ਉਦੋਂ ਇਹ ਚੀਜ਼ ਸਮਝਣੀ ਹੁੰਦੀ ਹੈ ਕਿ ਜਿਹੜਾ ਇਹ ਕੁਐਸਚਨ ਹੈਗਾ ਜੀ ਇਹ ਸਾਰਿਆਂ ਲਈ ਡਿਫਿਕਲਟ ਹੈ। ਇਹ ਇਸ ਤਰ੍ਹਾਂ ਦਾ ਕੁਐਸਚਨ ਹੈ ਜਿਹੜਾ 99.9% ਸਟੂਡੈਂਟਸ ਨੂੰ ਨਹੀਂ ਆਉਂਦਾ। ਤੁਸੀਂ ਸਿਰਫ ਇੱਕ ਇਹ ਚੀਜ਼ ਜੇ ਸਮਝ ਗਏ ਤਾਂ ਉਦੋਂ ਤੁਸੀਂ ਜਿਹੜਾ ਹੈਗਾ ਉਹਨੂੰ ਅਟੈਂਪਟ ਨਹੀਂ ਕਰਨਾ, ਉੱਥੇ ਤੁਸੀਂ ਕੰਪੀਟੀਸ਼ਨ 'ਚ ਅੱਗੇ ਚਲੇ ਗਏ। ਬਸ ਉਹਨੂੰ ਤੁਸੀਂ ਜਿਹੜਾ ਹੈਗਾ ਛੱਡਣਾ ਹੁੰਦਾ ਵੀ ਨੈਗੇਟਿਵ ਮਾਰਕਿੰਗ ਨਾ ਹੋ ਜੇ। ਤੁਹਾਨੂੰ ਇਹ ਚੀਜ਼ ਜਦੋਂ ਸਮਝ ਆਉਣ ਲੱਗ ਜਾਏਗੀ, ਤੁਸੀਂ ਕੰਪੀਟੀਸ਼ਨ 'ਚ ਆਪਣੇ ਆਪ ਉੱਪਰ ਜਾਣਾ ਸ਼ੁਰੂ ਕਰ ਦੋਗੇ, ਕਿਉਂਕਿ ਮੈਕਸਿਮਮ ਸਟੂਡੈਂਟਸ ਆਪਣਾ ਟਾਈਮ ਵੇਸਟ ਹੀ ਉਸ ਤੇ ਕਰ ਰਹੇ ਨੇ, ਇਰਰੈਲੇਵੈਂਟ ਡਾਟਾ ਪੜ੍ਹਨ ਤੇ, ਐਕਸਟਰਾ ਡਾਟਾ ਪੜ੍ਹਨ ਤੇ, ਵੀ ਇਹ ਵੀ ਆ ਸਕਦਾ, ਉਹ ਵੀ ਆ ਸਕਦਾ, ਇਹ ਵੀ ਆ ਸਕਦਾ। ਪੇਪਰ ਹਮੇਸ਼ਾ ਜਿਹੜੇ ਕਲੀਅਰ ਹੁੰਦੇ ਆ ਜੀ ਉਹ ਲੀਸਟ ਡਾਟਾ ਪੜ੍ਹ ਕੇ ਹੀ ਹੁੰਦੇ ਨੇ, ਸਿੰਪਲ ਚੀਜ਼ਾਂ ਪੜ੍ਹ ਕੇ ਹੀ ਹੁੰਦੇ ਨੇ। ਸਿੰਪਲ ਈਜ਼ੀ ਚੀਜ਼ਾਂ ਪੜ੍ਹੀ ਜਾਓ, ਡਿਫਿਕਲਟ ਚੀਜ਼ਾਂ ਛੱਡੀ ਜਾਓ, ਪੜ੍ਹੋ ਹੀ ਨਾ। ਆਪਾਂ ਨੇ ਕਿਹੜਾ 100 ਚੋਂ 100 ਮਾਰਕਸ ਲੈਣੇ ਨੇ। ਤੁਸੀਂ ਚਾਹੇ ਜਿਹੜਾ ਹੈਗਾ 100 ਚੋਂ 100 ਮਾਰਕਸ ਲੈ ਲਓ, ਚਾਹੇ 100 ਚੋਂ ਜਿੰਨੀ ਕੱਟ ਆਫ ਹੈ ਉਹ ਕਲੀਅਰ ਕਰ ਦਿਓ, ਜੌਬ ਤਾਂ ਤੁਹਾਨੂੰ ਸੇਮ ਹੀ ਮਿਲਣੀ ਹੈ। ਤਾਂ ਤੁਸੀਂ ਅਪਰੋਚ ਆਪਣੀ ਇਸ ਤਰ੍ਹਾਂ ਦੀ ਕਿਉਂ ਕਰ ਰਹੇ ਹੋ ਵੀ ਯਾਰ ਇਹ ਵੀ ਕਰ ਲਓ ਇਹ ਵੀ ਕਰ ਲਓ। ਸਿਮਿਲਰਲੀ ਜਿਵੇਂ ਮੈਂ ਕਹਿੰਦਾ ਹੁੰਦਾ ਪਾਰਟਿਕੂਲਰਲੀ ਪਟਵਾਰੀ ਦੇ ਵਿੱਚ ਵੀ, ਪਟਵਾਰੀ ਦੇ ਵਿੱਚ ਹੁਣ ਸਟੂਡੈਂਟਸ ਕੀ ਗਲਤੀ ਕਰ ਰਹੇ ਨੇ ਮੈਕਸਿਮਮ, ਜਿਹੜਾ ਮੈਂ ਦੇਖਿਆ ਦਿਨ ਰਾਤ ਕਰਕੇ ਜਿਹੜਾ ਹੈਗਾ ਉਹ ਐਗਰੀਕਲਚਰ ਪੜ੍ਹਨ ਲੱਗੇ ਹੋਏ ਨੇ। ਜਿਵੇਂ ਉਹਦੇ ਵਿੱਚ ਉਹਨਾਂ ਨੇ ਪੀਐਚਡੀ ਕਰਨੀ ਹੁੰਦੀ ਹੈ, ਵੀ ਇੱਥੋਂ ਨੋਟਸ ਆ ਰਹੇ ਨੇ, ਇੱਥੋਂ ਐਮਸੀਕਿਊ ਆ ਰਹੇ ਨੇ, ਹਜ਼ਾਰਾਂ ਦੀ ਗਿਣਤੀ 'ਚ ਐਮਸੀਕਿਊ ਚੱਲ ਰਹੇ ਨੇ। ਆਣਾ ਕਿੰਨੇ ਨੰਬਰ ਦਾ? 10 ਨੰਬਰ ਦਾ ਆਣਾ ਹੋਊਗਾ। ਹੁਣ ਉਹਦੇ ਲਈ ਤੁਸੀਂ ਇੰਨੇ ਐਫਰਟਸ ਕਰ ਰਹੇ ਹੋ, ਤਾਂ ਉਹਦੇ ਲਈ ਤੁਸੀਂ ਜਿਹੜਾ ਹੈਗਾ ਸਿੰਪਲ ਜਿਹੜੇ ਬੇਸਿਕ 50 ਕੁਐਸਚਨਸ ਹੈਗੇ ਨੇ ਉਹ ਪੜ੍ਹ ਲਓ, ਤੁਹਾਡੇ 10 ਚੋਂ 3-4 ਨੰਬਰ ਪੱਕੇ ਨੇ। ਅਦਰ ਵੇ ਪੜੋਗੇ ਤਾਂ 7 ਨੰਬਰ ਲੈ ਲਓਗੇ, 3-4 ਨੰਬਰ ਦਾ ਫਰਕ ਹੈ, ਪਰ ਨੰਬਰ ਆਫ ਆਵਰਸ, ਨੰਬਰ ਆਫ ਡੇਜ਼ ਦਾ ਬਹੁਤ ਜ਼ਿਆਦਾ ਡਿਫਰੈਂਸ ਹੋ ਜਾਏਗਾ, ਠੀਕ ਹੈ। ਤਾਂ ਜੀਐਸ ਦੇ ਵਿੱਚ ਜਿਹੜਾ ਹੈਗਾ ਤੁਸੀਂ ਹਮੇਸ਼ਾ ਇਹੀ ਧਿਆਨ ਰੱਖਣਾ, ਜਾਂ ਪਾਰਟਿਕੂਲਰਲੀ ਹੁਣ ਦੀ ਗੱਲ ਕਰੀਏ ਤਾਂ ਤੁਸੀਂ ਲਿਮਿਟਿਡ ਪੜ੍ਹਨਾ। ਆਪਣੇ ਜਿਹੜੀ ਵੀਡੀਓਜ਼ ਹੈਗੀਆਂ ਨੇ, ਨੋਟਸ ਹੈਗਾ, ਉੱਥੇ ਤੁਹਾਨੂੰ ਆਈਡੀਆ ਹੋ ਜਾਊਗਾ ਵੀ ਰਿਪੀਟਿਡ ਕੁਐਸਚਨਸ ਨੇ, ਕਿਵੇਂ ਮੈਮਰੀ ਮੈਥਡਸ ਨਾਲ ਤੁਸੀਂ ਯਾਦ ਕਰ ਸਕਦੇ ਹੋ। ਤੁਸੀਂ ਇੱਕ ਵਾਰ ਪੜ੍ਹਨਾ ਹੈ, ਆਰਾਮ ਨਾਲ ਪੜ੍ਹਨਾ ਹੈ, ਉਸ ਤੋਂ ਬਾਅਦ ਉਹਨੂੰ ਕਦੇ ਵੀ ਨਹੀਂ ਪੜ੍ਹਨਾ, ਕੋਈ ਵੀ ਡਾਟਾ ਪੜ੍ਹ ਰਹੇ ਹੋ। ਇਹ ਚੀਜ਼ ਹਮੇਸ਼ਾ ਯਾਦ ਰੱਖਣੀ। ਤਾਂ ਜਿਹੜਾ ਇਹ ਚੀਜ਼ ਹੈਗੀ ਹੈ ਜੀ ਬਹੁਤ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਮਤਲਬ ਬਹੁਤ ਇੰਪੋਰਟੈਂਟ ਹੈ। ਹੁਣ ਇਹਦੇ ਵਿੱਚ ਜਿਹੜਾ ਹੈਗਾ ਸਾਰਾ ਡਾਟਾ ਬਣਿਆ ਮੈਕਸਿਮਮ ਪ੍ਰੀਵੀਅਸ ਈਅਰ ਪੇਪਰਸ ਨੂੰ ਦੇਖਦੇ ਹੋਈ ਹੈ। ਤੁਸੀਂ PSSB ਦੇ ਲਾਸਟ 10 ਇਅਰਸ ਦੇ ਅਬਾਊਟ 60 to 70 ਪੇਪਰਸ ਜਾਂ ਜਿੰਨੇ ਵੀ ਹੈਗੇ ਨੇ ਉਹਨੂੰ ਆਬਜ਼ਰਵ ਕਰ ਲਓ, ਕ੍ਰਿਟੀਕਲੀ ਐਨਾਲਾਈਸਿਸ ਕਰ ਲਓ, ਤੁਹਾਨੂੰ ਪਤਾ ਲੱਗ ਜਾਊਗਾ ਵੀ ਪੇਪਰ ਕਿਸ ਤਰ੍ਹਾਂ ਬਣਾਏ ਜਾਂਦੇ ਨੇ, ਠੀਕ ਹੈ। ਜਿਵੇਂ ਆਪਾਂ ਹੁਣ ਅਵਾਰਡਸ ਦੀ ਗੱਲ ਕਰਦੇ ਹਾਂ, ਅਵਾਰਡ ਚੋਂ ਕੁਐਸਚਨ ਆਉਂਦਾ, ਤਾਂ ਅਵਾਰਡਸ ਬਾਰੇ ਸਟੂਡੈਂਟਸ ਕੀ ਕਰਦੇ ਨੇ ਵੀ ਕੋਈ ਵੀ ਇੱਕ ਅਵਾਰਡ ਹੈਗਾ, ਠੀਕ ਹੈ, द्रोणाचार्य अवार्ड है या कोई भी XYZ अवार्ड है, ਹੁਣ ਉਹ ਪੜ੍ਹਨਾ ਕੀ ਹੁੰਦਾ ਵੀ ਉਹ ਕਿਸ ਨੂੰ ਮਿਲਿਆ, XYZ ਅਵਾਰਡ ਕਿਸ ਨੂੰ ਮਿਲਿਆ ਜਾਂ ਉਸ ਬੰਦੇ ਨੂੰ ਕਿਹੜਾ ਅਵਾਰਡ ਮਿਲਿਆ। ਕਿੰਨੇ ਅਵਾਰਡਸ ਹੈ, ਕਿਉਂਕਿ
ਸਟੂਡੈਂਟਸ ਕੀ ਕਰਦੇ ਨੇ, ਉਹ ਅਵਾਰਡਸ ਬਾਰੇ, ਅਵਾਰਡ ਕਦੋਂ ਬਣਿਆ ਸੀ, ਅਵਾਰਡ ਕੌਣ ਦਿੰਦਾ ਹੈ, ਅਵਾਰਡ ਕਿੰਨੇ ਸਾਲ ਬਾਅਦ ਦਿੱਤਾ ਜਾਂਦਾ ਹੈ, ਕਿੰਨਾ ਕੈਸ਼ ਪ੍ਰਾਈਜ਼ ਹੈ, ਉਹ ਇਸ ਤਰ੍ਹਾਂ ਦਾ ਇਰੈਲੇਵੈਂਟ ਡਾਟਾ ਪੜ੍ਹਦੇ ਜਾਂਦੇ ਨੇ। ਬਹੁਤ ਟਾਈਮ ਵੇਸਟ ਹੋ ਰਿਹਾ ਜੀ, ਬਹੁਤ ਟਾਈਮ ਵੇਸਟ ਮਤਲਬ ਬਹੁਤ ਹੋ ਰਿਹਾ। ਇਸ ਤਰ੍ਹਾਂ ਜੇ ਟੋਟਲ ਤੁਸੀਂ 150 ਚੀਜ਼ਾਂ ਪੜ੍ਹਨੀਆਂ, 50 ਹੀ ਚੀਜ਼ਾਂ ਪੜ੍ਹ ਪਾਓਗੇ ਜਦੋਂ ਪੇਪਰ ਆ ਜਾਊਗਾ, ਇੰਪੋਰਟੈਂਟ ਡਾਟਾ ਤੁਹਾਡਾ ਰਹਿ ਜਾਊਗਾ। ਤਾਂ ਇਹ ਇੱਕ ਬਹੁਤ ਗਲਤ ਚੀਜ਼ ਹੈ, ਜੇ ਤੁਸੀਂ ਇਸ ਤਰ੍ਹਾਂ ਪੜ੍ਹਨ ਲੱਗ ਗਏ ਤਾਂ ਬਹੁਤ ਪਿੱਛੇ ਰਹਿ ਜਾਓਗੇ, ਬਹੁਤ ਮਤਲਬ ਬਹੁਤ ਪਿੱਛੇ ਰਹਿ ਜਾਓਗੇ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਜੀ ਮੈਥਸ ਦੀ, ਦੇਖੋ ਮੈਥਸ ਵੀ ਕਾਫੀ ਵੱਡਾ ਇਸ਼ੂ ਹੈ। ਕਾਫੀ ਸਟੂਡੈਂਟਸ ਦੀ ਕੁਐਰੀਜ਼ ਆਉਂਦੀਆਂ ਨੇ ਵੀ ਸਾਨੂੰ ਮੈਥਸ ਦੇ ਵਿੱਚ ਬਹੁਤ ਡਾਊਟਸ ਨੇ, ਕਿ ਸਾਨੂੰ ਜਿਹੜਾ ਹੈਗਾ ਜੀਐਸ ਤਾਂ ਆਉਂਦੀ ਹੈ, ਜੀਕੇ ਤਾਂ ਅਸੀਂ ਪੜ੍ਹ ਕੇ ਕਰ ਲੈਂਦੇ ਹਾਂ, ਰੀਜ਼ਨਿੰਗ 'ਚ ਵੀ ਅਸੀਂ ਤੇਜ਼ ਆ, ਮੈਥਸ ਸਾਡਾ ਕਰਾ ਦਿਓ, ਸਾਡਾ ਪੇਪਰ ਕਲੀਅਰ ਹੋ ਜਾਏਗਾ। ਠੀਕ ਹੈ, ਤਾਂ ਮੈਥਸ ਦੇ ਵਿੱਚ ਇਸ਼ੂਜ਼ ਨੇ। ਹੁਣ ਮੈਥਸ ਇਸ ਤਰ੍ਹਾਂ ਦੀ ਚੀਜ਼ ਹੈ, ਜੇ ਤੁਸੀਂ 0 ਲੈਵਲ ਤੋਂ ਸਟਾਰਟ ਹੋ ਰਹੇ ਹੋ, ਠੀਕ ਹੈ, ਤਾਂ ਅੱਛੇ ਲੈਵਲ ਤੇ ਪਹੁੰਚਣ ਨੂੰ ਥੋੜਾ ਟਾਈਮ ਲੱਗਦਾ, ਪਹਿਲੀ ਚੀਜ਼। ਬਟ ਮੈਥਸ ਦੇ ਵਿੱਚ ਵੀ ਹੁਣ ਸਟੂਡੈਂਟਸ ਕੁਝ ਗਲਤੀਆਂ ਕਰਦੇ ਨੇ, ਤਾਂ ਇਹਦੇ ਵਿੱਚ ਵੀ ਦੇਖੋ ਪਹਿਲਾਂ ਕੀ ਚੀਜ਼ ਨਹੀਂ ਕਰਨੀ ਚਾਹੀਦੀ, ਵੀ ਉਹ ਨੰਬਰ ਆਫ ਕੁਐਸਚਨਸ ਬਹੁਤ ਅਟੈਂਪਟ ਕਰ ਰਹੇ ਨੇ, ਉਹਨਾਂ ਦੀ ਪ੍ਰੈਕਟਿਸ ਬਹੁਤ ਜ਼ਿਆਦਾ ਕਰ ਰਹੇ ਨੇ। ਉਹਨਾਂ ਦੀ ਕੀ ਹੈ ਜੀ, ਬਹੁਤ ਜ਼ਿਆਦਾ ਪ੍ਰੈਕਟਿਸ ਕਰ ਰਹੇ ਨੇ ਵੀ ਅਸੀਂ ਜਿਹੜਾ ਹੈਗਾ ਕਿਸੇ ਵੀ ਟੌਪਿਕ ਦੇ ਟਾਈਮ ਐਂਡ ਵਰਕ ਦੇ ਜਦ ਤੱਕ 150 ਕੁਐਸਚਨਸ ਨਹੀਂ ਕਰ ਲੈਂਦੇ, ਸਾਡਾ ਟਾਈਮ ਐਂਡ ਵਰਕ ਪੱਕਾ ਨਹੀਂ ਹੁੰਦਾ। ਜਾਂ ਕੋਈ ਵੀ ਟੌਪਿਕ ਹੈ, ਐਵਰੇਜ ਹੈ, ਪ੍ਰੋਫਿਟ ਲਾਸ ਹੈ, ਕੰਪਾਊਂਡ ਇੰਟਰਸਟ ਹੈ, ਸਿੰਪਲ ਇੰਟਰਸਟ ਹੈ, ਸਿਮਿਲਰਲੀ ਰੀਜ਼निंग ਨੰਬਰ ਸੀਰੀਜ਼ ਹੈ, ਬਲੱਡ ਰਿਲੇਸ਼ਨਸ ਹੈ, ਡਾਇਰੈਕਸ਼ਨ ਪ੍ਰੋਬਲਮਸ ਹੈ, ਕੋਈ ਵੀ ਜਿਹੜਾ ਹੈਗਾ ਉਹ ਕਹਿੰਦੇ ਵੀ ਉਸ ਤੋਂ ਵੱਧ ਕੁਐਸਚਨਸ ਕਰਨੇ ਆ, ਜ਼ਿਆਦਾ ਤੋਂ ਜ਼ਿਆਦਾ ਪ੍ਰੈਕਟਿਸ ਕਰਨੀ ਹੈ, ਵੀ ਪ੍ਰੈਕਟਿਸ ਨਾਲ ਅਸੀਂ ਪਤਾ ਨਹੀਂ ਕੀ ਅਚੀਵ ਕਰ ਲਾਂਗੇ। ਬਟ ਪਾਰਟਿਕੂਲਰਲੀ ਪੰਜਾਬ ਗਵਰਨਮੈਂਟ ਐਗਜ਼ਾਮਸ ਦੇ ਵਿੱਚ ਮੈਥਸ ਤੇ ਰੀਜ਼ਨਿੰਗ ਦੇ ਵਿੱਚ ਮੈਂ ਕਹਿੰਦਾ ਹੁੰਦਾ ਨੋ ਸ਼ਾਰਟਕਟਸ, ਨੋ ਪ੍ਰੈਕਟਿਸ। ਇਹਦੇ ਵਿੱਚ ਮੈਂ ਇਹ ਕਹਿੰਦਾ ਹੁੰਦਾ ਜੀ, ਨੋ ਸ਼ਾਰਟਕਟਸ, no practice, no tests, only concepts। ਦੇਖੋ ਹੋ ਸਕਦਾ ਜਿਹੜੀਆਂ ਗੱਲਾਂ ਮੈਂ ਡਿਸਕਸ ਕਰ ਰਿਹਾ ਅੱਜ ਤੁਹਾਨੂੰ ਥੋੜੀਆਂ ਇਸ ਟਾਈਮ ਤੇ ਅਸੈਪਟ ਕਰਨ 'ਚ ਪ੍ਰੋਬਲਮ ਆ ਰਹੀ ਹੋਵੇ, ਬਟ ਗ੍ਰੈਜੂਅਲੀ ਤੁਸੀਂ ਜਦੋਂ ਇਹਨੂੰ ਹਰ ਪੁਆਇੰਟ ਆਫ View ਤੋਂ ਸੋਚੋਗੇ, ਤੁਸੀਂ ਇਹ ਚੀਜ਼ਾਂ ਅਸੈਪਟ ਕਰਨੀਆਂ ਸਟਾਰਟ ਕਰ ਦੋ। ਠੀਕ ਹੈ, ਤਾਂ ਮੈਥਸ ਦੇ ਵਿੱਚ ਮੈਂ ਕਹਿੰਦਾ ਵੀ ਸ਼ਾਰਟਕਟ ਤੇ ਫੋਕਸ ਨਾ ਕਰੋ, ਪ੍ਰੈਕਟਿਸ ਨਾ ਕਰੋ, ਟੈਸਟ ਨਾ ਦਿਓ, ਸਿਰਫ ਕਨਸੈਪਟ ਪੜੋ। ਹੁਣ ਇਹਦੇ ਵੀ ਕੁਝ ਰੀਜ਼ਨਸ ਹੈ ਜੀ। ਦੇਖੋ ਜਿਹੜੇ ਆਪਾਂ ਟੈਸਟ ਦਿੰਦੇ ਆ ਜਾਂ ਸ਼ਾਰਟਕਟਸ ਯੂਜ਼ ਕਰਦੇ ਆ ਜਾਂ ਪ੍ਰੈਕਟਿਸ ਕਰਦੇ ਆ, ਉਹਦਾ ਬੇਸਿਕਲੀ ਰੀਜ਼ਨ ਕੀ ਹੈ? ਉਹਦਾ ਰੀਜ਼ਨ ਹੈਗਾ ਜੀ ਟਾਈਮ ਸੇਵਿੰਗ। ਵੀ ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨਸ ਆਣਗੇ, ਤੁਹਾਡੀ ਪ੍ਰੈਕਟਿਸ ਇੰਨੀ ਜ਼ਿਆਦਾ ਹੋਈ ਹੋਏਗੀ ਵੀ ਤੁਸੀਂ ਥੋੜਾ ਜਿਹਾ ਪਾਰਟ ਪੜਿਆ, ਤੁਹਾਨੂੰ ਪੂਰਾ ਉਹ ਕੁਐਸਚਨ ਸਮਝ ਆ ਗਿਆ, ਨਾਲ ਦੀ ਨਾਲ ਆਨਸਰ ਸਟਾਰਟ ਕੀਤਾ, ਖਤਮ। ਤੁਹਾਨੂੰ ਕੁਐਸਚਨ ਸਮਝਣ ਤੇ ਟਾਈਮ ਨਹੀਂ ਲਾਣਾ ਪਏ, ਇਹ ਥੋੜਾ ਜਿਹਾ ਬੈਨੀਫਿਟ ਹੁੰਦਾ ਹੈ। ਸਿਮਿਲਰਲੀ ਸ਼ਾਰਟਕਟਸ 'ਚ ਇਹ ਵੀ ਥੋੜਾ ਜਿਹਾ ਜਿਹੜਾ ਹੈਗਾ ਟਾਈਮ ਸੇਵ ਹੁੰਦਾ, ਬਟ ਸ਼ਾਰਟਕਟਸ ਮੈਥਸ ਦੇ ਵਿੱਚ ਇੰਨੀ ਰਿਕੁਆਇਰਮੈਂਟ ਨਹੀਂ ਹੈ ਫॉर ਪੰਜਾਬ ਗਵਰਨਮੈਂਟ ਐਗਜ਼ਾਮਸ। ਹਾਂ, ਐਸਐਸਸੀ ਬੈਂਕਿੰਗ 'ਚ ਇਹ ਫਾਰਮੂਲਾ ਨਹੀਂ ਚੱਲਦਾ, ਨੋ ਪ੍ਰੈਕਟਿਸ ਨੋ ਟੈਸਟ ਨੋ, ਇਹ ਸਿਰਫ ਪਾਰਟਿਕੂਲਰਲੀ ਪੰਜਾਬ ਗਵਰਨਮੈਂਟ ਐਗਜ਼ਾਮਸ ਦੀ ਗੱਲ ਕਰ ਰਹੇ ਹਾਂ, ਉਹਦੇ ਵਿੱਚ ਮੈਥਸ ਦਾ ਜਿਹੜਾ ਲੈਵਲ ਹੈ ਉਹ ਬਹੁਤ ਜ਼ਿਆਦਾ ਜਿਹੜਾ ਹੈਗਾ ਕੈਲਕੂਲੇਸ਼ਨਸ ਰਿਕੁਆਇਰਡ ਨਹੀਂ ਹੈ ਉਹਦੇ 'ਚ। ਠੀਕ ਹੈ, ਤਾਂ ਇਹ ਚੀਜ਼ਾਂ ਰਿਕੁਆਇਰਡ ਨਹੀਂ ਹੈ ਬੇਸਿਕਲੀ। ਐਸਐਸਸੀ ਬੈਂਕਿੰਗ ਤਾਂ ਹੋ ਸਕਦਾ ਤੁਸੀਂ 150 ਜਾਂ 200 ਟੈਸਟ ਦੇ ਰਹੇ ਹੋ, ਉਹ ਵੀ ਘੱਟ ਨੇ ਅੱਜ ਕੱਲ, ਕੰਪੀਟੀਸ਼ਨ ਉੱਥੇ ਪਹੁੰਚਿਆ ਹੋਇਆ। ਬਟ ਪੰਜਾਬ ਗਵਰਨਮੈਂਟ ਐਗਜ਼ਾਮ ਦੇ ਵਿੱਚ ਜਿਹੜਾ ਲੈਵਲ ਆਉਂਦਾ ਤੇ ਟਾਈਮ ਇੰਨਾ ਹੁੰਦਾ ਇੱਥੇ ਕਿ ਤੁਹਾਡਾ ਜੇ ਕਨਸੈਪਟ ਪੱਕਾ ਹੈ, ਤੁਸੀਂ ਕੁਐਸਚਨ ਕਰ ਲਓਗੇ। ਤਾਂ ਜੇ ਤੁਸੀਂ ਕੋਈ ਕੁਐਸਚਨ ਕਰ ਰਹੇ ਹੋ, ਟਾਈਮ ਐਂਡ ਵਰਕ ਕਰ ਰਹੇ ਹੋ, ਉਹਦੇ ਕਨਸੈਪਟਸ ਤੇ ਫੋਕਸ ਕਰੋ, ਕਨਸੈਪਟਸ ਨੂੰ ਹਰ ਪੁਆਇੰਟ ਆਫ View ਤੋਂ ਸਮਝੋ ਵੀ ਯਾਰ ਜੇ ਇਹ ਕਨਸੈਪਟ ਨੂੰ ਆਪਾਂ ਇਸ ਤਰ੍ਹਾਂ ਅਪਲਾਈ ਕਰੀਏ ਤਾਂ ਇਸ ਤਰ੍ਹਾਂ ਵੀ ਹੋ ਸਕਦਾ। ਜੇ ਤੁਹਾਨੂੰ ਕੁਐਸਚਨਸ ਬਣਾਉਣੇ ਆਣੇ ਚਾਹੀਦੇ ਨੇ, ਕਨਸੈਪਟਸ ਤੇ ਮੈਕਸਿਮਮ ਟਾਈਮ ਲਾਓ। ਜੇ ਟਾਈਮ ਐਂਡ ਵਰਕ ਨੂੰ ਦੇਖੀਏ ਤਾਂ ਮੈਕਸਿਮਮ 2 ਘੰਟੇ ਦਾ ਹੈਗਾ ਟੋਟਲ, ਸਿਰਫ 2 ਘੰਟੇ ਦਾ ਚੈਪਟਰ ਹੈ। 1.5 ਘੰਟਾ ਜਿਹੜਾ ਹੈਗਾ ਕਨਸੈਪਟ ਸਮਝ ਲਓ, ਅੱਧਾ ਘੰਟਾ ਜਿਹੜਾ ਹੈ 20 ਕੁਐਸਚਨ ਕਰ ਲਓ, ਤੁਹਾਡਾ ਟਾਈਮ ਐਂਡ ਵਰਕ ਹਮੇਸ਼ਾ ਲਈ ਪੂਰਾ, ਕੋਈ ਟੈਸਟ ਦੇਣ ਦੀ ਲੋੜ ਨਹੀਂ, ਕੋਈ ਕੁਝ ਕਰਨ ਦੀ ਰਿਕੁਆਇਰਮੈਂਟ। ਸਿਮਿਲਰਲੀ ਰੀਜ਼ਨਿੰਗ ਹੈ, ਜਿਵੇਂ ਆਪਾਂ ਨੰਬਰ ਸੀਰੀਜ਼ ਕਰਦੇ ਹਾਂ। ਹੁਣ ਨੰਬਰ ਸੀਰੀਜ਼ ਦੇ ਵਿੱਚ ਕੀ ਚੀਜ਼ ਹੈ ਜੀ, ਸਟੂਡੈਂਟਸ ਜਿਹੜਾ ਹੈਗਾ ਕਹਿੰਦੇ ਵੀ ਅਸੀਂ ਇਹ ਸੋਰਸ ਤੋਂ ਵੀ ਸਾਰੇ ਕੁਐਸਚਨਸ ਕਰ ਲਈਏ, ਕੋਈ ਸੋਸ਼ਲ ਮੀਡੀਆ ਤੇ ਕੁਐਸਚਨਸ ਆਏ ਨੇ ਉਹ ਵੀ ਕਰ ਲਈਏ, ਕੋਈ ਇੱਧਰ ਕੁਐਸਚਨ ਦੇਖ ਕੇ ਉੱਧਰ ਕੁਐਸਚਨ ਦੇਖ ਕੇ ਕੰਪਲੀਟ ਦਾ ਸੀਰੀਜ਼ ਵਾਲੇ ਕੁਐਸਚਨ ਹੁੰਦੇ ਆ, ਫਾਈਂਡ ਦਾ ਮਿਸਿੰਗ ਨੰਬਰ ਵਾਲੇ ਕੁਐਸਚਨਸ ਕਰੀ ਜਾਂਦੇ ਨੇ ਕਰੀ ਜਾਂਦੇ ਬਿਨਾਂ ਮਤਲਬ ਤੋਂ ਆਪਣਾ ਟਾਈਮ ਵੇਸਟ ਕਰ ਰਹੇ ਨੇ। ਉਹੀ ਉਹਦਾ ਜਿਹੜਾ ਥੋੜਾ ਜਿਹਾ ਕਨਸੈਪਟ ਹੈਗਾ, ਥੋੜਾ ਜਿਹਾ ਡਾਟਾ ਹੈਗਾ,
उस पर फोकस कर लो। मैक्सिमम 45 मिनट्स देने की रिक्वायरमेंट होंगी है तुहानू ओवरऑल नंबर सीरीज दे विच। ਤਾਂ इस तरह मैथ्स ਤੇ रीजनिंग का टोटली ਜਿਹੜਾ सिलेबस हैगा अबाउट 30 आवर्स का या 35 आवर्स का कह लो ਵੱਧ ਤੋਂ ਵੱਧ ਇੰਨਾ सिलेबस ਹੁੰਦਾ ਇਹਦਾ। क्योंकि पंजाब गवर्नमेंट एग्जाम्स तो वैसे ही बड़े लिमिटेड जे क्वेश्चंस ने, लिमिटेड जे टॉपिक्स ने, ठीक है, तो ਉਹਦੇ ਨਾਲ ਇਹ चीज हो जाती है। तो मैथ्स रीजनिंग ਜਿਹੜੀ ਹੈਗੀ ਆ ਈਜ਼ੀ ਹੁੰਦੀ ਹੈ ਜਾਂ ਮੋਡਰੇਟ ਕਹਿ ਸਕਦੇ ਹੋ, थोड़े बहुत क्वेश्चंस मॉडरेट लेवल ਦੇ ਵੀ ਆਉਣ ਲੱਗ ਗਏ ਅੱਜਕੱਲ, वैसे ईजी ਮੰਨਿਆ ਜਾਂਦਾ। ਹੁਣ जीएस हो गई, मैथ्स हो गया, रीजनिंग हो गया। फिर आप गल करते हैं कि इंग्लिश पंजाबी। ਹੁਣ ਜਿਹੜਾ इंग्लिश पंजाबी हैगा ਇਹਨੂੰ स्टूडेंट्स बहुत इग्नोर करते हैं, ठीक है। काफी रीजनस दे देंगे ने भी यार इंग्लिश पंजाबी पढ़ांगे, या फिर वो कह देंगे यार इंग्लिश पंजाबी की है तो आप कर ही लवांगे, या कई स्टूडेंट्स ਨੂੰ ਇਹ लगता भी यार इंग्लिश पंजाबी च पढ़िए की, उन्होंने यही नहीं समझ आता भी कित्थों पढ़िए की पढ़िए, समझ ही नहीं आती ये चीज, ठीक है। तो ये रीजनस ने तो वो इंग्लिश पंजाबी ਨੂੰ इग्नोर ही कर देंगे। ये एक बलंडर है जी, बहुत बड़ी मिस्टेक है। इंग्लिश पंजाबी का भी जो एक क्वेश्चन आ रहा है तो एक नंबर का ही है, पॉलिटी का एक क्वेश्चन आ रहा है तो एक नंबर का है, तो तुम इन्हों इग्नोर क्यों कर रहे हो? ये भी नंबर विच ऐड होने ने तो तुम इन्हों इग्नोर क्यों कर रहे हो? तो ये असीं ये कहने होंगे कि इट डिमांड्स अबाउट 7 आवर्स विद सॉन्ग्स। हुण इहदा की मतलब हैगा भी तुसी इहनूं जिहड़ा हैगा इंजॉय करते हुए पढ़ सकते हो, भी ईजी हैगा, छड्डना नहीं है, इग्नोर नहीं करना, इहनूं इंजॉय करके पढ़ो। 7-8 घंटे जिहड़ा हैगा ਇਹਦੇ ਤੇ पर्टिकुलरली डिवोट कर दो। थोड़े इंग्लिश पंजाबी चो जे 30 नंबर ਦਾ ਆ ਰਿਹਾ 25 ਤੋਂ ਉੱਪਰ ਨੰਬਰ ਆ ਜਾਣਗੇ ਜਾਂ 22 ਤੋਂ ਉੱਪਰ ਨੰਬਰ ਆ ਜਾਣਗੇ, ਇੰਨੇ ਕੀ ਰਿਕੁਆਇਰਡ ਹੁੰਦੇ ਨੇ। ਹੁਣ ਇਹਦੇ ਵਿੱਚ ਵੀ ਕੀ ਨਹੀਂ ਕਰਨਾ ਚਾਹੀਦਾ, ਉਹ ਉਹੀ ਹੈ ਜਿਸ ਤੇ ਮੈਕਸਿਮਮ ਸਟੂਡੈਂਟਸ ਆਪਣਾ ਟਾਈਮ ਵੇਸਟ ਕਰ ਰਹੇ ਨੇ, ਉਹ ਹੈਗਾ ਜੀ ਵੋਕੈਬਲਰੀ। ਉਹ ਕੀ ਕਰਦੇ ਨੇ ਜੀ, ਜਿਹੜੀ ਇਹਦੀ ਵੋਕੈਬਲਰੀ ਹੈਗੀ ਹੈ ਸਾਰਾ ਟਾਈਮ ਆਪਣਾ ਉਹਦੇ ਤੇ ਲਾ ਰਹੇ ਨੇ। मतलब वन वर्ड सब्सटीट्यूशन, साइनोनियम्स, एंटोनियम्स, ईडियम्स, फ्रेसिस, इस तरह की चीज़ां पता ही नहीं किहड़े-किहड़े सोर्सिस तो पढ़ रहे हैं, पता ही नहीं किन्नियां हज़ारां की गिनती चो ईडियम्स याद कर रहे हैं, फ्रेसिस याद कर रहे हैं, वन वर्ड सब्सटीट्यूशन याद कर रहे हैं। भी ਉਹਦੀ रिक्वायरमेंट की है जी? ਤੁਹਾਨੂੰ ਜੇ 10 क्वेश्चन आने ने इंग्लिश ਦੇ, ਉਹ 3 ਜਾਂ 4 आने ने, 6 नंबर बेसिक आनी है। बेसिक ਦੇ ਵਿੱਚ सिर्फ 4 टॉपिक्स आते हैं, वॉइस, नरेशन, टेंसिस, पार्ट्स ऑफ स्पीच। वॉइस, नरेशन, टेंसिस, पार्ट्स ऑफ स्पीच, ਉਹਦੇ ਤੇ ਤੁਸੀਂ ਜੇ 4 घंटे ला दो या 5 घंटे ला दो, ठीक है, 5 आवर्स ਉਹਨੂੰ डिवोट कर दो, अच्छी तरह ਉਹਨੂੰ समझ लो, थोड़ी जी ਉਹਦੀ प्रैक्टिस कर दो, थोड़े 60 to 70% वैसे ही मार्क्स आ गए, 10 चो 6-7 नंबर वैसे ही आ जाएंगे। ਜਿਹੜੇ ਆਹ ਚੀਜ਼ ਹੈਗੀ ਆ ਵੋਕੈਬਲਰੀ, ਇਹ ਪ੍ਰੀਵੀਅਸ ਈਅਰ ਕੁਐਸਚਨਸ PSSB ਦੇ ਥੋੜੇ ਬਹੁਤ ਕਰ ਲਓ। ਉਸ ਤੋਂ ਬਾਅਦ ਇੰਗਲਿਸ਼ ਪੰਜਾਬੀ ਦੇ ਵਿੱਚ ਜਿਹੜੀ ਵੋਕੈਬਲਰੀ ਆਉਂਦੀ ਹੈ, ਵੈਸੇ ਤਾਂ ਪੂਰੇ ਪੇਪਰ ਦੇ ਵਿੱਚ ਵੀ ਜਿਹੜੇ ਕੁਐਸਚਨਸ ਆਉਂਦੇ ਨੇ ਉਹਦੇ ਵਿੱਚ ਨਾ ਇੱਕ ਚੀਜ਼ ਹੋਰ ਹੁੰਦੀ ਹੈ, ਉਹ ਆਪਣੀ ਕਿਸੇ ਹੋਰ ਵੀਡੀਓ ਦੇ ਵਿੱਚ ਹੈਗਾ। ਉਹਦੇ ਵਿੱਚ ਇਹ ਸਮਝਣਾ ਹੁੰਦਾ ਆਪਾਂ ਨੇ ਵੀ ਜਦੋਂ ਤੁਸੀਂ ਕੁਐਸਚਨ ਪੜ੍ਹ ਰਹੇ ਹੋ ਉਦੋਂ ਤੁਹਾਨੂੰ ਕੁਐਸਚਨ ਪੜ੍ਹ ਕੇ ਇਹ ਲੱਗੂਗਾ ਵੀ ਇਹ ਕੁਐਸਚਨ ਮੈਨੂੰ ਨਹੀਂ ਆਉਂਦਾ। मतलब कोई वोकैबलरी हैगी है, साइनोनियम पूछा होया है, एक ਇਹੋ ਜਿਹਾ वर्ड आ गया ਤੁਹਾਨੂੰ ਪਤਾ ਨਹੀਂ, ਪਰ ਤੁਸੀਂ ਕੀ ਕਰੋਗੇ ਜਾਂ ਮੈਕਸਿਮਮ ਸਟੂਡੈਂਟਸ ਉਹਨੂੰ ਛੱਡ ਦਿੰਦੇ ਆ ਉੱਥੇ। ਉਸ ਨੂੰ ਇੱਕ ਜਿਹੜਾ ਹੈਗਾ ਟੈਕਲ ਕਰਨ ਦਾ ਤਰੀਕਾ ਹੁੰਦਾ ਵੀ ਤੁਸੀਂ ਬਾਏ ਆਪਸ਼ਨਸ ਕਰ ਸਕਦੇ, ਤਾਂ ਉਸ ਤਰ੍ਹਾਂ ਦੇ ਮੈਥਡਸ ਅਪਲਾਈ ਕਰਕੇ ਤੁਸੀਂ ਜਿਹੜੀ ਵੋਕੈਬਲਰੀ ਹੈ ਉਸ ਚੋਂ ਵੀ 50% ਮਾਰਕਸ ਲੈ ਸਕਦੇ ਹੋ, ਚਾਹੇ ਜਮਾ ਵੀ ਨਾ ਪੜ੍ਹ ਕੇ ਜਾਓ। ਇਹ ਚੀਜ਼ ਵੀ ਪੋਸੀਬਲ ਹੈ। ਤਾਂ ਇੰਗਲਿਸ਼ ਪੰਜਾਬੀ ਨੂੰ ਇਗਨੋਰ ਬਿਲਕੁਲ ਨਹੀਂ ਕਰਨਾ ਜੀ, ਬਿਲਕੁਲ ਵੀ, ਮਤਲਬ ਬਿਲਕੁਲ ਵੀ ਤੁਸੀਂ ਇਗਨੋਰ ਨਹੀਂ ਕਰ ਸਕਦੇ। ਇਹਨੂੰ ਤੁਸੀਂ ਜਿਹੜਾ ਹੈਗਾ ਡਿਟੇਲਸ ਚ ਪੜ੍ਹਨਾ ਹੈ। ਜਿਹੜੇ ਇਹਦੇ ਮੇਨ 4 ਚੀਜ਼ਾਂ ਨੇ, ਵੋਕੈਬਲਰੀ ਨਹੀਂ ਪੜ੍ਹਨੀ, ਵੋਕੈਬਲਰੀ ਪੜੋਗੇ ਫਿਰ ਪਿੱਛੇ ਰਹਿ ਜਾਓਗੇ ਕੰਪੀਟੀਸ਼ਨ, ਕਿਉਂਕਿ ਮੇਨ ਆਪਣਾ ਜਿਹੜਾ ਹੈਗਾ ਕੰਸਟ੍ਰੇਂਟ ਕੀ ਹੈ, ਪ੍ਰੋਬਲਮ ਕੀ ਹੈ, ਟਾਈਮ। ਜਿੱਥੇ ਤੁਸੀਂ ਰੈਂਡਮ ਸਟੱਡੀ ਕੀਤੀ ਕੰਪੀਟੀਸ਼ਨ ਚ ਪਿੱਛੇ, ਜਿੱਥੇ ਫੋਕਸ ਸਟੱਡੀ ਕੀਤੀ ਕੰਪੀਟੀਸ਼ਨ ਚ ਉੱਪਰ। ਸਿਰਫ ਉਹੀ ਪੜੋ ਜੋ ਪੇਪਰ ਚ ਆਣਾ ਹੈ, ਜੋ ਪੇਪਰ ਚ ਆ ਰਿਹਾ ਕਾਫੀ ਸਾਲਾਂ ਤੋਂ। ਇਹ ਵੀ ਆ ਸਕਦਾ, ਉਹ ਵੀ ਆ ਸਕਦਾ, ਜਿੱਥੇ ਉੱਥੇ ਗਏ ਕੰਪੀਟੀਸ਼ਨ ਚ ਪਿੱਛੇ। स्टूडेंट्स ਜਿਹੜੇ ਸੋਚਦੇ ਵੀ ਮੈਂ ਸਭ ਕੁਝ ਪੜ ਲਾਂਗਾ, ਸਭ ਤੋਂ ਉੱਪਰ ਚਲੇ ਜਾਵਾਂਗਾ, ਮੈਂ ਇਹ ਵੀ ਪੜ ਲਾਂਗਾ, ਉਹ ਵੀ ਪੜ ਲਾਂਗਾ, ਉਹ ਕੁਝ ਵੀ ਨਹੀਂ ਕਰ ਪਾਉਂਦੇ।
ਗੱਲ ਹੋ ਰਹੀ ਹੈ ਪੰਜਾਬ ਗਵਰਨਮੈਂਟ ਐਗਜ਼ਾਮਸ ਦੀ। यूपीएससी बीपीएससी ਹੈ ਉਹਨਾਂ ਤੇ ਨਾ ਜਾਓ, ਉੱਥੇ ਤਾਂ ਤੁਹਾਨੂੰ ਬਹੁਤ ਡਾਟਾ ਪੜ੍ਹਨਾ ਪਏਗਾ ਆਬਵੀਅਸਲੀ, ਕਿਉਂਕਿ ਉੱਥੇ ਮੇਨਸ 'ਚ ਤੁਸੀਂ ਪੇਪਰ ਲਿਖਣੇ ਹੁੰਦੇ ਆ ਕਾਫੀ, ਤਾਂ ਤੁਹਾਡਾ ਡਾਟਾ ਬਹੁਤ ਜ਼ਿਆਦਾ ਚਾਹੀਦਾ ਹੁੰਦਾ। ਠੀਕ ਹੈ, ਹੁਣ ਇਹ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਕੰਪਿਊਟਰ ਦੀ। ਹੁਣ ਇਹ ਵੀ ਕੁਝ ਉਸੇ ਤਰ੍ਹਾਂ ਦਾ ਜੀ, ਇੰਗਲਿਸ਼ ਪੰਜਾਬੀ ਵਾਂਗੂ। ਕਿਸੇ ਨੂੰ ਇਸ 'ਚ ਇੰਟਰਸਟ ਹੈ, ਕਿਸੇ ਨੂੰ ਇਸ 'ਚ ਇੰਟਰਸਟ ਨਹੀਂ ਹੈ, ਕਿਸੇ ਨੂੰ ਇਹਦੀ ਨੌਲੇਜ ਹੈ, ਕਿਸੇ ਨੂੰ ਨਹੀਂ ਹੈ। ਤਾਂ ਹੁਣ ਪਰਟੀਕੁਲਰਲੀ ਪਹਿਲਾਂ ਆਪਾਂ ਗੱਲ ਕਰਾਂਗੇ ਜਿਨ੍ਹਾਂ ਦਾ ਬੈਕਗ੍ਰਾਉਂਡ ਕੰਪਿਊਟਰ ਹੈ, ਬੀਟੈਕ ਇਨ ਕੰਪਿਊਟਰਸ, ਐਮਸੀਏ, ਬੀਸੀਏ, ਉਹ ਤਾਂ ਜੀ ਆਪਣੇ ਆਪ ਨੂੰ ਸ਼ਹਿਨशाह ਸਮਝਦੇ ਨੇ ਵੀ ਅਸੀਂ ਕੰਪਿਊਟਰ ਲੈ 20 ਕੁਐਸਚਨਸ ਆਣਗੇ ਅਸੀਂ 22 ਠੀਕ ਕਰ ਆਵਾਂਗੇ। ਉਹਨਾਂ ਦਾ ਤਾਂ ਇੰਨਾ ਕੌਨਫੀਡੈਂਸ ਹੈ। ਮੈਕਸਿਮਮ ਸਟੂਡੈਂਟਸ ਇਹ ਕਰਦੇ ਨੇ ਜਿਨ੍ਹਾਂ ਦਾ ਬੈਕਗ੍ਰਾਉਂਡ ਇਹ ਹੈਗਾ, ਉਹ ਕੰਪਿਊਟਰ ਨੂੰ ਇਗਨੋਰ ਹੀ ਕਰ ਦਿੰਦੇ। ਬਟ ਇਹ ਚੀਜ਼ ਵੀ ਕਾਫੀ ਗਲਤ ਹੈ ਜੀ। ਹਾਂ, ਨੋ ਡਾਊਟ ਤੁਹਾਨੂੰ ਕੰਪਿਊਟਰ ਆਉਂਦਾ, ਮੈਂ ਐਕਸੈਪਟ ਕਰਦਾ ਇਹ ਚੀਜ਼ ਨੂੰ, ਬਟ ਜਿਹੜਾ ਕੰਪਿਊਟਰ ਉਰੇ ਆਣਾ ਉਹ ਕਾਫੀ ਬੇਸਿਕ ਲੈਵਲ ਦਾ ਆਣਾ, ਉਹ ਤੁਸੀਂ ਕਾਫੀ ਪਹਿਲਾਂ ਪੜਿਆ ਹੋਏਗਾ 8th 9th 10th ਉਸ ਟਾਈਮ ਤੇ, ਤਾਂ ਤੁਹਾਡਾ ਉਹ ਗੈਪ ਪੈ ਚੁੱਕਿਆ। ਤਾਂ ਕੰਪਿਊਟਰ ਨੂੰ ਉਹ ਚੀਜ਼ ਸੋਚ ਕੇ ਵੀ ਮੇਰਾ ਬੈਕਗ੍ਰਾਉਂਡ ਹੈਗਾ ਮੈਂ ਨਹੀਂ ਪੜਾਂਗਾ, ਉਹ ਇੱਕ ਬਹੁਤ ਵੱਡੀ ਗਲਤੀ ਹੋ ਰਹੀ ਹੈ ਜੀ। ਮੈਕਸਿਮਮ ਸਟੂਡੈਂਟਸ ਕਰ ਰਹੇ ਆ ਜਿਨ੍ਹਾਂ ਦਾ ਬੈਕਗ੍ਰਾਉਂਡ ਹੈ। ਕੰਪਿਊਟਰ ਦੇ ਉੱਤੇ ਵੀ ਪੂਰਾ ਟਾਈਮ ਲਾਓ। ਕੰਪਿਊਟਰ ਦੇ ਵਿੱਚ ਵੀ ਜੇ 15 ਕੁਐਸਚਨਸ ਆ ਰਹੇ ਨੇ ਤਾਂ ਤੁਹਾਡੇ 15 ਦੇ ਵਿੱਚੋਂ ਜਿਹੜਾ ਹੈਗਾ 12 ਜਾਂ 13 ਨੰਬਰ ਆਣੇ ਚਾਹੀਦੇ। ਹੁਣ ਜਿਹੜੇ ਇਸ 'ਚ 3 ਨੰਬਰ ਨਹੀਂ ਆ ਰਹੇ ਉਹਨਾਂ ਬਾਰੇ ਪੜੋ ਹੀ ਨਾ, ਕਿਉਂਕਿ 3 ਜਾਂ 4 ਕੁਐਸਚਨਸ ਡਿਫਿਕਲਟ ਆਣੇ ਨੇ ਕੰਪਿਊਟਰ ਦੇ ਵਿੱਚ, ਜਿਵੇਂ ਐਕਸਲ ਦੇ ਫਾਰਮੂਲਾਸ ਆਣੇ ਨੇ, MS ਵਰਡ ਦੇ ਵਿੱਚੋਂ ਕੁਐਸਚਨਸ ਆਣੇ ਨੇ। ਠੀਕ ਹੈ, ਜਾਂ ਕੋਈ ਇੱਕ ਨਵਾਂ ਜਿਵੇਂ ਟ੍ਰੈਂਡ ਚੱਲਿਆ ਹੋਇਆ ਅੱਜ ਕੱਲ ਸਾਈਬਰ ਲਾਜ਼ ਐਂਡ ਆਲਸ, ਤਾਂ ਉਸ ਚੋਂ ਇੱਕ ਪਾਰਟਿਕੂਲਰ ਡਿਫਿਕਲਟ ਟਰਮ ਆ ਸਕਦੀ ਹੈ, ਉਸ ਤੇ ਟਾਈਮ ਹੀ ਨਾ ਲਾਓ। ਤੁਸੀਂ ਸਾਈਬਰ ਲਾਜ਼ ਨੂੰ ਇੰਨਾ ਡਿਟੇਲਸ 'ਚ ਪੜ੍ਹਨਾ ਸ਼ੁਰੂ ਕਰ ਦਿੱਤਾ, ਜਿਹੜਾ ਨਵਾਂ ਸਿਲੇਬਸ ਆ ਰਿਹਾ ਉਹਦੇ ਤੁਸੀਂ ਕਿੰਨੀਆਂ ਵੀਡੀਓ ਸੁਣਨ ਲੱਗ ਜੰਨੇ ਹੋ, ਕਿੰਨਾ ਡਾਟਾ ਪੜ੍ਹਨ ਲੱਗ ਜੰਨੇ ਹੋ ਬਿਨਾਂ ਮਤਲਬ ਤੋਂ। ਜਿਹੜੀਆਂ ਬੇਸਿਕ ਚੀਜ਼ਾਂ ਨੇ, ਇਨਪੁਟ ਡਿਵਾਈਸਿਸ, ਆਊਟਪੁੱਟ ਡਿਵਾਈਸਿਸ, ਉਸ ਤੋਂ ਬਾਅਦ ਜਿਹੜਾ ਹੈਗਾ ਆਪਣਾ ਜਨਰੇਸ਼ਨਸ ਜਾਂ ਫੁੱਲ ਫਾਰਮਸ, ਜਿਹੜੀਆਂ ਬੇਸਿਕ ਫੁੱਲ ਫਾਰਮਸ ਆ ਉਹ ਤਾਂ ਤੁਹਾਨੂੰ 100% ਵਾਲੇ ਆਉਂਦੀਆਂ ਨਹੀਂ। ਤੁਸੀਂ ਇਹ ਚੀਜ਼ਾਂ ਪੜ੍ਹਨੀਆਂ ਸਟਾਰਟ ਕਰਤੀਆਂ, ਜੇ ਉਹਨੂੰ ਚੰਗੀ ਤਰ੍ਹਾਂ ਪੜ੍ਹ ਵੀ ਲਓਗੇ ਤਾਂ 3-4 ਨੰਬਰ ਲੈ ਲਓਗੇ, ਬਾਕੀ 10 ਨੰਬਰ ਕਿੱਥੇ ਗਏ? ਉਹ ਚੀਜ਼ ਤੇ ਫੋਕਸ ਕਰ ਲਓ ਤਾਂ ਬੈਟਰ ਹੈ। ਤਾਂ ਘੁੰਮ ਘੁਮਾ ਕੇ ਮੈਂ ਉਹੀ ਗੱਲ ਕਹਿ ਰਿਹਾ ਜੀ ਵੀ ਇਰਰੈਲੇਵੈਂਟ ਡਾਟਾ ਨਹੀਂ ਪੜ੍ਹਨਾ, ਬਹੁਤ ਸਾਰਾ ਡਾਟਾ ਨਹੀਂ ਪੜ੍ਹਨਾ, ਸਿਰਫ ਉਹੀ ਪੜ੍ਹਨਾ ਜਿਹੜੀਆਂ ਚੀਜ਼ਾਂ ਰਿਪੀਟ ਹੋ ਰਹੀਆਂ ਨੇ। ਆਪਾਂ ਨੇ ਓਨੇ ਕੀ ਨੰਬਰ ਲੈਣੇ ਵੀ ਆਪਣੀ ਕਟ ਆਫ ਕਲੀਅਰ ਹੋ ਜੇ। 100 ਚੋਂ 100 ਨੰਬਰ ਵਾਲੀ ਅਪਰੋਚ ਨਹੀਂ ਰੱਖਣੀ, ਸਪੈਸ਼ਲੀ ਹੁਣ ਕਿਉਂਕਿ ਪੇਪਰ ਹੁਣੀ ਹੋਇਆ। ਬਾਕੀ ਇੱਕ ਚੀਜ਼ ਤੁਹਾਨੂੰ ਮੈਂ ਸ਼ੁਰੂ ਦੱਸਤੀ ਸੀ ਵੀ ਇਹ ਬਿਲਕੁਲ ਨਾ ਸੋਚੋ ਵੀ ਆਪਾਂ ਹੁਣ ਕੀ ਤਿਆਰੀ ਕਰਾਂਗੇ, ਮੈਕਸਿਮਮ ਸਟੂਡੈਂਟਸ ਤਾਂ ਇੰਨਾ ਕੁਝ ਪੜ੍ਹ ਚੁੱਕੇ ਨੇ, ਸੀਟਾਂ ਇੰਨੀਆਂ ਕਿ ਨਹੀਂ। ਮੈਕਸਿਮਮ ਸਟੂਡੈਂਟਸ ਤੁਹਾਨੂੰ ਮੈਂ ਦੱਸਦਾ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਹੀ ਤਿਆਰੀ ਸਟਾਰਟ ਕਰਦੇ ਆ। ਉਸ ਤੋਂ ਵੀ ਜ਼ਿਆਦਾ ਤਿਆਰੀ ਜਾਂ ਪੀਕ ਤੇ ਤਿਆਰੀ ਕਦੋਂ ਕਰਦੇ ਨੇ? ਜਦੋਂ ਪੇਪਰ ਦੀ ਡੇਟ ਆ ਜਾਂਦੀ ਹੈ। ਸਾਰਿਆਂ ਦੀ ਟੈਂਡੈਂਸੀ ਸੇਮ ਹੈ, ਰੀਜ਼ਨਸ ਡਿਫਰੈਂਟ ਹੋ ਸਕਦੇ ਆ, ਟੈਂਡੈਂਸੀ ਸੇਮ ਹੈ। ਤਾਂ ਕੰਪਿਊਟਰ ਦੇ ਵੀ ਆਪਣੇ ਜੀ ਅਬਾਊਟ 30 ਪੇਜਿਸ ਦੇ ਨੋਟਸ ਹੈਗੇ ਨੇ, ਵੀਡੀਓਜ਼ ਹੈਗੀਆਂ ਨੇ, ਉਹ ਤੁਸੀਂ ਦੇਖ ਸਕਦੇ ਹੋ। ਇੰਟਰਸਟਿੰਗ ਮੈਥਡਸ ਦੇ ਨਾਲ ਪੜਾਇਆ ਹੋਇਆ। ਬਾਕੀ ਇੰਟਰਸਟਿੰਗ ਮੈਥਡਸ ਦਾ ਕੀ ਮਤਲਬ ਹੈ ਉਹਦੀ ਵੀ ਇੱਕ ਪਾਰਟਿਕੂਲਰ ਵੀਡੀਓ ਹੈਗੀ ਹੈ, ਉਹ ਵੀ ਤੁਸੀਂ ਦੇਖ ਸਕਦੇ ਹੋ ਵੀ ਚੀਜ਼ ਨੂੰ ਆਪਾਂ ਇੰਟਰਸਟਿੰਗ ਮੈਥਡਸ ਨਾਲ ਕਿਵੇਂ ਬਣਾ ਸਕਦੇ ਹਾਂ, ਕਿਵੇਂ ਆਪਾਂ ਪੜ੍ਹ ਸਕਦੇ ਹਾਂ, ਕਿਵੇਂ ਆਪਾਂ ਨੂੰ ਪੜ੍ਹਨਾ ਚਾਹੀਦਾ। ਕਿਉਂਕਿ ਪੋਲਿਟੀ, ਹਿਸਟਰੀ, ਜੀਓਗ੍ਰਾਫੀ ਜਾਂ GS ਇਹੋ ਜਿਹੇ ਸਬਜੈਕਟਸ ਨੇ ਜਿਨ੍ਹਾਂ 'ਚ ਮੈਕਸਿਮਮ ਸਟੂਡੈਂਟਸ ਦਾ ਇੰਟਰਸਟ ਨਹੀਂ ਹੁੰਦਾ। ਤਾਂ ਪਹਿਲਾਂ ਇੰਟਰਸਟਿੰਗ ਮੈਥਡਸ ਬਾਰੇ ਸਿੱਖੋ, ਫਿਰ ਦੇਖੋ ਵੀ ਆਪਾਂ ਨੇ ਉਹਨੂੰ ਕਿਵੇਂ ਪੜ੍ਹਨਾ। ਠੀਕ ਹੈ ਜੀ। ਤਾਂ ਹੁਣ ਆਪਣੀ ਜਿਹੜਾ ਇੰਗਲਿਸ਼ ਹੋ ਗਈ, ਪੰਜਾਬੀ ਹੋ ਗਈ, GS ਹੋ ਗਈ, ਮੈਥਸ ਹੋ ਗਿਆ, ਰੀਜ਼ਨਿੰਗ ਹੋ ਗਿਆ, ਕੰਪਿਊਟਰ ਹੋ ਗਿਆ। ਫਿਰ ਇਸ ਤੋਂ ਬਾਅਦ ਰਹਿ ਗਿਆ ਜੀ ਕਾਫੀ ਇੰਪੋਰਟੈਂਟ ਚੀਜ਼ ਆਉਗੀ ਕਰੰਟ ਅਫੇਅਰਸ। ਹੁਣ ਜਿਹੜਾ ਕਰੰਟ ਅਫੇਅਰਸ ਹੈਗਾ ਨਾ, ਇਹਦੇ ਵਿੱਚ ਵੀ ਪਹਿਲਾਂ ਆਪਾਂ ਦੇਖਾਂਗੇ ਵੀ ਕੀ ਨਹੀਂ ਕਰਨਾ। ਪੰਜਾਬ ਗਵਰਨਮੈਂਟ ਐਗਜ਼ਾਮਸ ਦੀ ਗੱਲ ਹੋ ਰਹੀ ਹੈ, ਰਿਪੀਟ ਕਰ ਦਿੰਦੇ ਆਪਾਂ। ਹੁਣ ਇਹਦੇ ਵਿੱਚ ਆਪਾਂ ਨੇ ਕੀ ਨਹੀਂ ਕਰਨਾ? ਨੋ ਨਿਊਜ਼ਪੇਪਰ, no magazine, ठीक है, no different sources like SSC अड्डा, बैंकर्स अड्डा, GK टुडे, इन्ने सारे अड्डा, बहुत सारे सोर्सेस, बहुत इरेलीवेंट डाटा, बहुत एक्स्ट्रा मटीरियल, टाइम इन्ना है नहीं, क्यों पढ़ना फिर आप? ठीक है। तो ये ਜਿਹੜਾ ਹੈਗਾ ਇਹੀ ਚੀਜ਼ ਮੈਂ कहना ਵੀ नो ਵੈਬਸਾਈਟ, नो डिफरेंट सोर्सेस, ਇਹ ਚੀਜ਼ਾਂ ਨਾ ਕਰੋ ਤਾਂ ਬੈਟਰ ਹੈ। ਪਹਿਲਾਂ ਜੇ ਕਰ ਰਹੇ ਸੀ ਤਾਂ ਉਹ ਤੁਹਾਨੂੰ ਬੋਨਸ ਮਿਲ ਗਿਆ, ਇਨਸੈਂਟਿਵਸ ਮਿਲ ਚੁੱਕੇ ਆ, ਐਕਸਟਰਾ ਤੁਸੀਂ ਪੜ ਚੁੱਕੇ ਹੋ। ਪਰ ਹੁਣ ਤੁਸੀਂ ਕਰੰਟ ਅਫੇਅਰਸ ਇਹ ਨਾ ਕਰੋ ਐਵੇਂ।
क्योंकि इन्हां साइट्स तो मैं ये नहीं कह रहा भी ये साइट्स अच्छियां नहीं है या न्यूज़पेपर अच्छा नहीं है, ਤੁਹਾਨੂੰ ਇਹਨਾਂ ਤੋਂ ਪੜਨ ਦਾ ਤਰੀਕਾ ਪਤਾ ਹੋਣਾ ਚਾਹੀਦਾ ਹੈ। ਜੇ ਤੁਸੀਂ ਕੋਈ ਵੀ ਇੱਕ ਸਾਈਟ ਤੋਂ ਪੜ ਰਹੇ ਹੋ, ਸੋਰਸ ਤੋਂ ਪੜ ਰਹੇ ਹੋ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਵੀ ਉੱਥੋਂ ਕਿਵੇਂ ਪੜਨਾ ਹੈ। ਕਿਉਂਕਿ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਤੁਹਾਨੂੰ ਪਤਾ ਕੀ ਹੋਣਾ ਚਾਹੀਦਾ ਵੀ ਪੇਪਰ 'ਚ ਆਣਾ ਕੀ ਹੈ, ਪੇਪਰ ਕਿਸ ਤਰ੍ਹਾਂ ਦੇ ਕੁਐਸਚਨਸ ਆਣੇ ਆ। ਜੇ ਇਹ ਚੀਜ਼ ਪਤਾ ਹੋਊਗੀ ਤਾਂ ਹੀ ਤੁਸੀਂ ਉਸ ਤਰ੍ਹਾਂ ਪੜੋਗੇ, ਨਹੀਂ ਤਾਂ ਉੱਥੇ ਜਿੰਨਾ ਵੀ ਇਰੈਲੇਵੈਂਟ ਡਾਟਾ ਦਿੱਤਾ ਹੁੰਦਾ, ਜਿੰਨਾ ਵੀ ਐਕਸਟਰਾ ਡਾਟਾ ਦਿੱਤਾ ਹੁੰਦਾ, ਤੁਸੀਂ ਉਹ ਵੀ ਪੜ੍ਹੀ ਜਾਂਦੇ ਹੋ। ਉਸ ਤੋਂ ਵੀ ਵੱਡੀ ਗਲਤੀ ਕਰਦੇ ਨਾਲ ਨਾਲ ਨੋਟਸ ਬਣਾਈ ਜਾਂਦੇ ਹੋ। ਠੀਕ ਹੈ, ਤਾਂ ਨੋਟਸ ਕਿਵੇਂ ਬਣਾਉਣੇ ਚਾਹੀਦੇ ਆ, ਪਰਸਨਲ ਨੋਟਸ ਕਿਵੇਂ ਬਣਾਉਣੇ ਚਾਹੀਦੇ ਨੇ, ਉਸ ਤੇ ਵੀ ਇੱਕ ਪ੍ਰੋਪਰ ਵੀਡੀਓ ਹੈਗੀ ਹੈ, ਉਹ ਵੀ ਚੀਜ਼ ਸਿੱਖਣ ਵਾਲੀ ਹੁੰਦੀ ਹੈ। ਠੀਕ ਹੈ, ਬਾਕੀ ਕਰੰਟ ਅਫੇਅਰਸ ਤੇ ਵੀ ਇੱਕ ਪਾਰਟਿਕੂਲਰ ਵੀਡੀਓ ਹੈਗੀ ਹੈ, ਕਿਉਂਕਿ ਇਸ 'ਚ ਵੀ ਸਟੂਡੈਂਟਸ ਨੂੰ ਬਹੁਤ ਸਾਰੇ ਡਾਊਟਸ ਰਹਿੰਦੇ ਵੀ ਆਪਾਂ ਕਿੰਨੇ ਡਿਊਰੇਸ਼ਨ ਪੜ੍ਹੀਏ, ਲਾਸਟ ਕਿੰਨੇ ਮਹੀਨਿਆਂ ਦਾ ਪੜ੍ਹੀਏ, ਕਰੰਟ ਅਫੇਅਰਸ ਕਿੱਥੋਂ ਪੜ੍ਹੀਏ, ਕਿਵੇਂ ਪੜ੍ਹੀਏ, ਯਾਦ ਨਹੀਂ ਹੁੰਦਾ, ਕੀ ਕਰੀਏ, ਕਾਫੀ ਕੁਐਰੀਜ਼ ਆਉਂਦੀਆਂ ਨੇ, ਕਾਫੀ ਡਾਊਟਸ ਰਹਿੰਦੇ ਨੇ। ਤਾਂ ਉਹ ਸਾਰੇ ਉਸ ਵੀਡੀਓ 'ਚ ਐਕਸਪਲੇਨ ਕੀਤੇ ਹੋਏ ਨੇ। ਕਰੰਟ ਅਫੇਅਰਸ ਤੁਸੀਂ ਉਵੇਂ ਕਰ ਸਕਦੇ। ਠੀਕ ਹੈ, ਤਾਂ ਹੁਣ ਆਪਣਾ ਜਿਹੜਾ ਹੈਗਾ ਇਹ ਸਾਰੇ ਦਾ ਸਾਰਾ ਸਿਲੇਬਸ, ਜੇ ਤੁਸੀਂ 0 ਲੈਵਲ ਤੋਂ ਸਟਾਰਟ ਕਰਦੇ ਹੋ, ਜੇ ਤੁਸੀਂ ਮੰਨ ਕੇ ਚੱਲਦੇ ਹੋ ਵੀ ਅੱਜ ਤੁਹਾਨੂੰ ਕੁਝ ਵੀ ਨਹੀਂ ਆਉਂਦਾ, ਰੀਜ਼ਨ ਇਹੀ ਹੈ ਵੀ ਤੁਸੀਂ ਪਹਿਲਾਂ ਸਭ ਕੁਝ ਛੱਡ ਚੁੱਕੇ ਹੋ, ਕਾਫੀ ਟਾਈਮ ਪਹਿਲਾਂ ਪੜ੍ਹੇ ਹੋਏ ਹੋ, ਉਸ ਤੋਂ ਬਾਅਦ ਤੁਸੀਂ ਜੌਬ ਕਰ ਰਹੇ ਸੀਗੇ, ਤਾਂ ਤੁਸੀਂ ਜਿਹੜਾ ਆਊਟ ਆਫ ਸਟੱਡੀ ਹੋ, ਆਊਟ ਆਫ ਟੱਚ ਹੋ। ਤਾਂ ਜੇ ਤੁਸੀਂ 0 ਲੈਵਲ ਤੋਂ ਵੀ ਸਟਾਰਟ ਕਰਦੇ ਹੋ, ਠੀਕ ਹੈ, ਤਾਂ ਇਹ ਸਾਰੇ ਦਾ ਸਾਰਾ ਜਿਹੜਾ ਹੈਗਾ 45 ਡੇਜ਼ ਦੇ ਵਿੱਚ ਕੰਪਲੀਟ ਕੀਤਾ ਜਾ ਸਕਦਾ ਹੈ। ਤਾਂ ਮੈਕਸਿਮਮ ਸਟੂਡੈਂਟਸ ਦੀ ਜਿਹੜੀ ਰਿਕੁਆਇਰਮੈਂਟ ਹੈ, ਦੈਟ ਇਜ਼ ਗਵਰਨਮੈਂਟ ਜੌਬ, ਉਹ ਫੁੱਲਫਿਲ ਹੋ ਜਾਏਗੀ। ਠੀਕ ਹੈ, ਕਈ ਸਟੂਡੈਂਟਸ ਦੀ ਡਿਜ਼ਾਇਰ ਹੈ, ਉਹ ਵੀ ਹੋ ਸਕਦੀ ਹੈ। ਬੈਸਟ ਵੇ ਇਹੀ ਹੈ ਸਿਚੁਏਸ਼ਨ ਦੇ ਨਾਲ ਡੀਲ ਕਰਨ ਦਾ। ਤੁਸੀਂ ਜੇ ਇਸ ਤਰ੍ਹਾਂ ਚੱਲੋਗੇ ਤਾਂ ਵਧੀਆ ਰਹੋਗੇ। ਠੀਕ ਹੈ, ਹੁਣ ਇੱਕ ਤੁਹਾਨੂੰ ਹੋਰ ਥੋੜੀ ਜਿਹੀ ਸੁਜੈਸ਼ਨ ਦੇਵਾਂਗਾ, ਕਿਉਂਕਿ ਮੈਕਸਿਮਮ ਸਟੂਡੈਂਟਸ ਵਰਕਿੰਗ ਨੇ, ਆਲਰੇਡੀ ਜੌਬ ਕਰ ਰਹੇ ਨੇ, ਤਾਂ ਉਹਨਾਂ ਦੀ ਟੈਂਡੈਂਸੀ ਕੀ ਹੁੰਦੀ ਹੈ, ਉਹ ਕੀ ਕਹਿੰਦੇ ਨੇ ਵੀ ਆਪਾਂ ਕੀ ਕਰਦੇ ਆ, ਆਪਾਂ ਜਿਹੜਾ ਹੈਗਾ ਹੁਣ ਨਾਲ ਨਾਲ ਜਿੰਨਾ ਪੜਿਆ ਜਾ ਰਿਹਾ ਪੜ੍ਹੀ ਜਾਂਦੇ ਆ, ਜਦੋਂ ਪੇਪਰ ਦੀ ਡੇਟ ਆ ਜਾਊਗੀ ਫਿਰ ਆਪਾਂ 20-25 ਦਿਨ ਪਹਿਲਾਂ ਨਾ ਲੀਵ ਲੈ ਲਾਂਗੇ। ਉਹ ਇੱਕ ਗਲਤ ਡਿਸੀਜਨ ਹੈ। ਉਹ ਸਟੂਡੈਂਟਸ ਨੂੰ ਮੈਂ ਇਹ ਸੁਜੈਸਟ ਕਰਨਾ ਚਾਹਾਂਗਾ ਕਿ ਤੁਸੀਂ ਕੀ ਕਰੋ, ਹੁਣ ਲੀਵ ਲੈ ਲਓ, ਹੁਣ ਲੀਵ ਲੈ ਲਓ, ਹੁਣ ਆਪਣੀ ਤਿਆਰੀ ਜਿਹੜੀ ਹੈ ਪੂਰੀ ਪੀਕ ਤੇ ਕਰ ਲਓ ਵੀ 25-30 ਡੇਜ਼ ਜਿੰਨੀ ਲੀਵ ਪੋਸੀਬਲ ਹੈ, ਜੇ ਵਿਦਾਊਟ ਪੇ ਮਿਲ ਰਹੀ ਹੈ ਉਹ ਲੈ ਲਓ, ਜਿਵੇਂ ਪੋਸੀਬਲ ਹੈ ਉਹਨੂੰ ਬੈਸਟ ਪੋਸੀਬਲ ਬਣਾ ਕੇ ਲੀਵ ਲੈ ਲਓ, ਬੈਸਟ ਐਫਰਟਸ ਲਾ ਕੇ। ਠੀਕ ਹੈ, ਬੈਸਟ ਐਫਰਟਸ ਲਾ ਕੇ ਫॉर द फर्स्ट 30 ਡੇਜ਼ ਜਾਂ ਜਿੰਨੀ ਵੀ ਲੀਵ ਮਿਲੀ ਹੈ ਉਹਦੇ ਵਿੱਚ ਆਪਣੀ ਪੀਕ ਤੇ ਤਿਆਰੀ ਕਰ ਲਓ। ਜਿੱਦਾਂ ਤੁਹਾਨੂੰ ਲੱਗਿਆ ਵੀ ਹਾਂ ਯਾਰ ਮੇਰੀ ਤਿਆਰੀ ਹੋ ਗਈ, ਜੌਬ ਕੰਟੀਨਿਊ ਕਰ ਲਓ। ਇਹਦਾ ਰੀਜ਼ਨ ਹੈ। ਠੀਕ ਹੈ, ਇਹਦਾ ਰੀਜ਼ਨ ਕੀ ਹੈ, ਮੈਕਸਿਮਮ ਸਟੂਡੈਂਟ ਨੂੰ ਇਹ ਲੱਗਦਾ ਵੀ ਆਪਾਂ ਪੇਪਰ ਕੋਲ ਆ ਕੇ ਪੜ੍ਹ ਲਾਂਗੇ, ਲੀਵ ਲੈ ਲਾਂਗੇ, ਬਟ ਹੁੰਦਾ ਕੀ ਹੈ, ਤੁਸੀਂ ਹੁਣ ਥੋੜਾ ਥੋੜਾ ਪੜ੍ਹ ਰਹੇ ਹੋ ਕਿਉਂਕਿ ਹਲੇ ਪੇਪਰ ਦੀ ਡੇਟ ਨਹੀਂ ਆਈ, ਤੁਸੀਂ ਜਿਹੜਾ ਹੈਗਾ ਪ੍ਰੋਕਰਾਸਟੀਨੇਸ਼ਨ ਕਰ ਰਹੇ ਹੋ ਵੀ ਚੱਲ ਯਾਰ ਕੱਲ ਦੇਖ ਲਾਂਗੇ, ਕੱਲ ਦੇਖ ਲਾਂਗੇ, ਛੱਡ ਦਾਂਗੇ, ਪ੍ਰੈਫਰੈਂਸ ਵਾਈਜ਼ ਜਿਹੜਾ ਚੱਲ ਰਹੇ ਹੋ। ਤਾਂ ਹੁੰਦਾ ਕੀ ਹੈ ਜੀ, ਪੇਪਰ ਨੇੜੇ ਆ ਜਾਂਦਾ, ਤੁਸੀਂ ਕਹਿੰਦੇ ਹੋ ਯਾਰ 2 ਮਹੀਨੇ ਤਾਂ ਇੰਨਾ ਪੜ੍ਹੇ ਨਹੀਂ, ਹੁਣ ਦੇਖੀ ਜਾਊਗੀ ਯਾਰ, ਕਾਹਨੂੰ ਲੀਵ ਲੈਣੀ, ਆਪਾਂ ਨੇ ਜਿੰਨਾ ਕੁ ਪੜ੍ਹ ਲਿਆ ਠੀਕ ਹੈ, ਉਹਦੇ ਬੇਸ ਤੇ ਦੇ ਆਵਾਂਗੇ। ਐਂਡ 'ਚ ਵੀ ਤੁਸੀਂ ਐਵੇਂ ਕਰਕੇ ਲੀਵ ਲੈਂਦੇ ਨਹੀਂ ਤੇ ਆਪਣਾ ਪੇਪਰ ਦੇ ਆਉਂਦੇ ਹੋ। ਬਟ ਜੇ ਅਦਰ ਵੇ ਚੱਲੋਗੇ ਤਾਂ ਤੁਹਾਨੂੰ ਐ ਯਾਦ ਆਊਗਾ ਵੀ ਜਦੋਂ ਮੈਂ ਲਾਸਟ ਮੰਥ ਸਪੈਸ਼ਲੀ ਇਹਦੇ ਲਈ ਲੀਵ ਲਿੱਤੀ ਸੀ, ਮੈਂ ਆਪਣੇ ਪੂਰੇ ਐਫਰਟਸ ਲਾ ਕੇ ਪੜ੍ਹਿਆ ਹੋਇਆ, ਮੇਰੀ ਤਿਆਰੀ ਹੋਈ ਹੈ, ਇੱਕ ਫਿਨਿਸ਼ ਟੱਚ ਚਾਹੀਦਾ, ਉਹ ਤੁਸੀਂ ਨਾਲ ਨਾਲ ਵੀ ਦੇ ਸਕਦੇ ਹੋ, ਕਿਉਂਕਿ ਇੱਕ ਜਸਟ ਰਿਵੀਜ਼ਨ ਚਾਹੀਦੀ ਹੁੰਦੀ ਹੈ, ਥੋੜਾ ਜਿਹਾ ਪੜ੍ਹਨਾ ਹੁੰਦਾ ਲਾਸਟ ਦੇ ਵਿੱਚ। ਠੀਕ ਹੈ, ਤਾਂ ਉਸ ਤੋਂ ਬਾਅਦ ਤੁਸੀਂ ਕਰੰਟ ਅਫੇਅਰਸ ਦੇ ਵਿੱਚ ਵੀ ਅਪਡੇਟ ਰਹਿ ਸਕਦੇ ਹੋ। ਤਾਂ ਇਹ ਚੀਜ਼ ਕਰੋਗੇ ਬੈਟਰ ਰਹੋਗੇ। ਤਾਂ ਜਿੱਥੋਂ ਸ਼ੁਰੂ ਹੋਏ ਸੀ ਉੱਥੇ ਹੀ ਖਤਮ ਕਰਾਂਗੇ ਜੀ। ਪਹਿਲੀ ਗੱਲ ਤਾਂ ਜਿਹੜੀ ਵੀ ਪੋਸਟ ਆ ਰਹੀ ਹੈ ਜਿਹਦੇ ਲਈ ਵੀ ਤੁਸੀਂ ਐਲੀਜੀਬਲ ਹੋ, ਤੁਸੀਂ ਫਾਰਮ ਭਰ ਦਿਓ, ਚਾਹੇ 1 ਪੋਸਟ ਹੈ, ਚਾਹੇ 100 ਪੋਸਟ ਹੈ, ਚਾਹੇ 1000 ਪੋਸਟ ਹੈ। ਠੀਕ ਹੈ ਜੀ, ਜਿਹੜੀ ਵੀ ਪੋਸਟ ਹੈਗੀ ਹੈ ਤੁਸੀਂ ਉਹਨੂੰ ਅਪਲਾਈ ਕਰੋ, ਚਾਹੇ ਤੁਸੀਂ ਉਹ ਜੌਬ ਕਰਨੀ ਹੈ ਚਾਹੇ ਨਹੀਂ ਕਰਨੀ, ਜੋ ਮਰਜ਼ੀ ਰੀਜ਼ਨਸ ਨੇ, ਇਹ ਚੀਜ਼ ਜ਼ਰੂਰ ਕਰਿਓ, ਜ਼ਰੂਰ ਮਤਲਬ ਜ਼ਰੂਰ ਕਰਿਓ। ਐਵੇਂ ਬਿਲਕੁਲ ਨਾ ਸੋਚੋ ਯਾਰ ਇਹਦੇ 'ਚ ਤਾਂ ਮੈਂ ਇਹ ਨਹੀਂ ਕਰ ਸਕਦਾ, ਮੇਰਾ ਫਿਜ਼ੀਕਲ ਟੈਸਟ ਨਹੀਂ ਕਲੀਅਰ ਹੋਊਗਾ, ਐਵੇਂ ਹੋ ਜਾਊਗਾ, ਐਵੇਂ ਹੋ ਜਾਊਗਾ। ਉਹ ਸਾਰੀਆਂ ਇਨਵਾਇਰਨਮੈਂਟ ਤੋਂ ਨੈਗੇਟਿਵ ਚੀਜ਼ਾਂ ਤੁਸੀਂ ਐਕਵਾਇਰ ਕੀਤੀਆਂ ਹੋਈਆਂ ਨੇ, ਜਾਂ ਕਰੋਗੇ ਜਾਂ ਡਿਸਕਸ਼ਨਸ ਕਰੋਗੇ, ਉਹ ਇੱਕ ਤੁਸੀਂ ਫਿਰ ਗਲਤ ਵੇ ਵੱਲ ਜਾਓਗੇ। ਇਹੀ ਗੋਲਡਨ ਓਪਰਚੁਨਿਟੀ ਹੈਗੀ ਆ, ਆਹੀ 3-4 ਮੰਥਸ ਨੇ, ਤੁਸੀਂ ਆਪਣੀ ਜਿਹੜੀ ਰਿਕੁਆਇਰਮੈਂਟ ਹੈ ਉਹਨੂੰ ਫੁੱਲਫਿਲ ਕਰ ਸਕਦੇ ਹੋ। ਤੇ ਜਿਹੜੇ ਆਲਰੇਡੀ ਵਰਕਿੰਗ ਨੇ, ਗਵਰਨਮੈਂਟ ਜੌਬ ਕਰ ਰਹੇ ਜਾਂ ਅੱਛੀ ਜੌਬਸ ਤੇ ਲੱਗੇ ਹੋਏ ਨੇ, ਉਹਨਾਂ ਦੀਆਂ ਵੀ ਡਿਜ਼ਾਇਰ ਹੈਗੀਆਂ ਵੀ ਅਸੀਂ ਨੈਬ ਤਹਿਸੀਲਦਾਰ ਬਣ ਜਾਈਏ, ਅਸੀਂ ਐਕਸਾਈਜ਼ ਇੰਸਪੈਕਟਰ ਬਣ ਜਾਈਏ। ਤਾਂ ਜੇ ਉਹ ਚਾਹੁੰਦੇ ਨੇ ਇਸ ਤਰ੍ਹਾਂ ਦਾ,
ਤਾਂ ਡਿਜ਼ੀਜ਼ਸ ਕੁਝ ਇਸ ਬੇਸ ਤੇ ਜਲਦੀ ਤੋਂ ਜਲਦੀ ਲੈ ਲਓ। ਠੀਕ ਹੈ ਜੀ, ਥੈਂਕ ਯੂ, ਥੈਂਕਸ ਅ ਲੋਟ।